ਵੇਲੇ ਸਥਾਨ ਦੀ ਜੋ ਮਰਜ਼ਾਦਾ ਹੈ, ਸਤਿਗੁਰਾਂ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰਨ ਲਈ ਆਪ ਜੀ ਇਸ ਵਕਤ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕੈਸੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਬਾਰੇ ਕੀ ਲਿਖਿਆ, ਉਹ ਕਥਾ ਆਪ ਜੀ ਨੇ ਕੱਲ ਦੇ ਪ੍ਰਸੰਗ 'ਚ ਸਰਵਣ ਕੀਤੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਅਕਾਲ ਪੁਰਖ ਨੇ ਇਸ ਮਾਤ ਲੋਕ ਦੀ ਧਰਤੀ ਤੇ ਪ੍ਰਕਾਸ਼ ਧਾਰਨ ਕੀਤਾ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਕੋ ਨਿਰੰਕਾਰ ਅਕਾਲ ਪੁਰਖ ਨੇ ਗੁਰੂ ਨਾਨਕ ਰੂਪ ਹੋ ਕੇ ਸੰਸਾਰ 'ਚ ਪ੍ਰਗਟ ਹੋਣਾ ਕੀਤਾ। ਸਤਿਯੁਗ ਤੈ ਮਾਣਿਓ, ਛਲਿਓ ਬਲ ਬਾਵਨ ਭਾਇਓ। ਤ੍ਰੇਤੈ ਤੈ ਮਾਣਿਓ, ਰਾਮ ਰਘੁਵੰਸ਼ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ। ਉਗਰ ਸੈਣ ਕੋ ਰਾਜ ਅਭੈ ਭਗਤੈ ਜਨ ਦੀਓ। ਇਹ ਪਾਵਨ ਸਵਈਆਂ ਦੀ ਕਥਾ ਆਪ ਜੀ ਨੇ ਕੱਲ ਦੇ ਪ੍ਰਸੰਗ 'ਚ ਸਰਵਣ ਕੀਤੀ ਹੈ। ਧੰਨ ਗੁਰੂ ਨਾਨਕ ਸਾਹਿਬ ਆਪ ਪਰਮੇਸ਼ਵਰ ਨੇ, ਭਾਈ ਗੁਰਦਾਸ ਜੀ ਵੀ ਲਿਖਦੇ ਹੈ, ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪ ਪਰਮੇਸ਼ਵਰ ਨੇ। ਜਦੋਂ ਬਚਿੱਤਰ ਨਾਟਕ ਦੀ ਪਾਵਨ ਅੰਮ੍ਰਿਤ ਬਾਣੀ ਸਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਆਪਣੀ ਸਵੈ ਜੀਵਨੀ ਕਲਗੀਧਰ ਜੀ, ਉਹਦੇ ਵਿੱਚ ਵੀ ਸਾਹਿਬ ਜੀ ਲਿਖਦੇ ਨੇ ਕਿ ਅਕਾਲ ਪੁਰਖ ਜੀ ਨੇ ਵੇਖਿਆ ਕਿ ਮਾਤ ਲੋਕ ਦੀ ਧਰਤੀ ਤੇ ਮੈਂ ਬੜੇ ਬੜੇ ਔਲੀਏ ਪੈਗੰਬਰ ਭੇਜੇ ਐ, ਅਵਤਾਰ ਭੇਜੇ ਐ। ਉਹਨਾਂ ਸਾਰਿਆਂ ਨੇ ਜਾ ਕੇ ਆਪੋ ਆਪਣੇ ਪੰਥ, ਆਪਣੇ ਆਪਣੇ ਨਾਮ ਜਪਾਏ ਤੇ ਪੰਥ ਚਲਾਏ ਨੇ। ਤੋ ਧਰਤੀ ਨੂੰ ਭਾਰਾ ਕ੍ਰਿਤ ਜਾਣ ਕੇ ਅਕਾਲ ਪੁਰਖ ਜੀ ਨੇ ਆਪ ਗੁਰੂ ਨਾਨਕ ਰੂਪ ਹੋ ਕੇ ਸੰਸਾਰ ਵਿੱਚ ਆਉਣਾ ਕੀਤਾ। ਤਿੰਨ ਬੇਦੀਆਂ ਕੇ ਕੁਲ ਵਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ ਜਹ ਤਹ ਭਏ ਸਹਾਏ। ਤਿੰਨ ਇਹ ਕਲਮੋ ਧਰਮ ਚਲਾਇਓ, ਸਭ ਸਾਧਨ ਕੋ ਰਾਹੋ ਬਤਾਇਓ। ਜੋ ਤਾਂ ਕੇ ਮਾਰਗ ਮਹਿ ਆਏ, ਤੇ ਕਬਹੂ ਨਹੀਂ ਪਾਪ ਸੰਤਾਏ। ਉਹਨਾਂ ਨੇ ਆ ਕੇ ਧਰਮ ਚਲਾਇਆ ਜੋ ਹਿੰਦੂਆਂ ਮੁਸਲਮਾਨਾਂ ਤੋਂ ਅਡਰਾ ਧਰਮ ਹੈ। ਕੇਵਲ ਇੱਕ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਦੀ ਹੋਂਦ ਨੂੰ ਮੰਨਦਾ ਹੈ ਤੇ ਉਸੇ ਨੂੰ ਪੂਜਦਾ ਹੈ। ਕਿਸੇ ਮੜੀ, ਕਿਸੇ ਕਬਰ ਨੂੰ, ਕਿਸੇ ਮੂਰਤੀ ਨੂੰ ਨਹੀਂ ਪੂਜਦਾ। ਕੇਵਲ ਇੱਕ ਅਕਾਲ ਦਾ ਪੁਜਾਰੀ ਹੈ, ਪਰਮੇਸ਼ਰ ਦਾ ਪੁਜਾਰੀ ਹੈ। ਇਹ ਧਰਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਚਲਾਇਆ ਧਰਮ ਹੈ। ਦੁਨੀਆ ਦੇ ਸਾਰੇ ਧਰਮਾਂ ਚੋਂ ਨਿਰਾਲਾ ਧਰਮ ਹੈ। ਤੋ ਸਤਿਗੁਰੂ ਜੀ ਨੇ ਇਹ ਬੜੀ ਵੱਡੀ ਦਇਆ ਕੀਤੀ ਹੈ ਇਸ ਮਾਤ ਲੋਕ ਦੀ ਧਰਤੀ ਤੇ ਆ ਕੇ। ਇਹ ਵਿਆਖਿਆ ਆਪ ਜੀ ਨੇ ਪਿੱਛੇ ਸਰਵਣ ਕੀਤੀ। ਭਾਈ ਮਰਦਾਨੇ ਨੂੰ ਸਤਿਗੁਰਾਂ ਨੇ ਨਾਲ ਲਿਆ, ਆਖਿਆ ਮਰਦਾਨਿਆਂ ਚੱਲ ਚੱਲੀਏ। ਮਰਦਾਨੇ ਪੁੱਛਿਆ ਮਹਾਰਾਜ ਜਾਣਾ ਕਿੱਥੇ ਹੈ। ਸਾਹਿਬ ਕਹਿੰਦੇ ਜਿੱਥੇ ਕਰਤਾਰ ਲੈ ਚੱਲੇਗਾ। ਕਰਤਾਰ ਦੀ ਰਜਾ ਵਿੱਚ ਚੱਲਣਾ ਮਰਦਾਨਿਆਂ। ਸਤਿਗੁਰੂ ਜੀ ਨੇ ਆਪਣੇ ਜੀਵਨ ਦੀ ਪਹਿਲੀ ਉਦਾਸੀ ਸ੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਧਾਰਨ ਕੀਤੀ ਹੈ। ਔਰ ਚੱਲ ਕੇ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਏਮਨਾਬਾਦ ਨਗਰ ਆਏ ਨੇ। ਏਮਨਾਬਾਦ ਨਗਰ ਸਤਿਗੁਰੂ ਜੀ ਦੋ ਵੇਰਾ ਆਏ ਨੇ। ਇੱਕ ਵਾਰ ਦੁਬਾਰਾ ਫੇਰ ਆਏ ਨੇ ਜਦੋਂ ਪਾਤਸ਼ਾਹ ਨੇ ਬਾਬਰ ਦਾ ਹਮਲਾ ਜਾਣਿਆ। ਉਦੋਂ ਵੀ ਸਾਹਿਬ ਜੀ ਨੇ ਇੱਥੇ ਆ ਕੇ ਬਚਨ ਉਚਾਰਨ ਕੀਤੇ ਸੀ। ਬਾਬਰ ਨੂੰ ਜਾਬਰ ਕਿਹਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਕਾਜੀਆਂ। ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸੈਤਾਨ ਵੇ ਲਾਲੋ। ਇਹ ਬਾਬਰ ਬਾਣੀ ਮਹਾਰਾਜ ਜੀ ਨੇ ਉੱਥੇ ਉਚਾਰਨ ਕੀਤੀ।
ਤੋ ਪਹਿਲੀ ਵਾਰ ਜਦੋਂ ਸਤਿਗੁਰੂ ਜੀ ਗਏ ਨੇ ਭਾਈ ਲਾਲੋ ਨੂੰ ਤਾਰਨ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰੀਏ। ਕੋਈ ਪੁੱਛੇ ਕਿ ਭਾਈ ਸਿੱਖੀ ਦੀ ਪਰਿਭਾਸ਼ਾ ਕੀ ਹੈ? ਅਸੀਂ ਕਹਿੰਦੇ ਹਾਂ ਸਿੱਖ ਦੀ ਪਰਿਭਾਸ਼ਾ ਜਿਹੜਾ ਗੁਰੂ ਕੀ ਸਿੱਖਿਆ ਸੁਣੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨੇ, ਗੁਰੂ ਜਾਣੇ, ਇਹ ਵੀ ਸਿੱਖ ਦੀ ਪਰਿਭਾਸ਼ਾ ਹੈ। ਸਿੱਖ ਦੀ ਇੱਕ ਪਰਿਭਾਸ਼ਾ ਇਹ ਵੀ ਹੈ ਕਿ ਮਲਕ ਭਾਗੋ ਦੇ ਪੂੜੇ ਛੱਡ ਕੇ ਭਾਈ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ ਗ੍ਰਹਿਣ ਕਰਨਾ, ਇਹ ਵੀ ਸਿੱਖੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੇ ਸੇਵਕ ਭਾਈ ਲਾਲੋ ਨੂੰ ਮਾਣ ਬਖਸ਼ ਰਹੇ ਨੇ। ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਮਨ ਬਿਰਤੀਆਂ ਦੀ ਇਕਾਗਰਤਾ ਵਾਸਤੇ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਵਈਆ ਛੰਦ ਏ ਬਿਦ ਕਹਿ ਕਰ ਕਮਲ ਬਦਨ ਤੇ ਮੰਦ ਮੰਦ ਗਤੀ ਜਾਏ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਨਾਲ ਬਚਨ ਬਿਲਾਸ ਕਰਕੇ ਸਹਿਜੇ ਸਹਿਜੇ ਸੁਲਤਾਨਪੁਰ ਸਾਹਿਬ ਤੋਂ ਤੁਰੇ ਜਾਂਦੇ ਹਨ। ਪਦਵੀ ਮੈਂ ਪਦ ਪੰਕਜ ਸੁੰਦਰ ਦਾਸ ਰਿਦੇ ਜੋ ਬਸਾਏ। ਗੁਰੂ ਨਾਨਕ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਪਦਮ ਹੈ। ਪਦਮ ਮਹਾਂਪੁਰਸ਼ਾਂ ਅਵਤਾਰਾਂ ਦੇ ਚਰਨਾਂ 'ਚ ਹੁੰਦੇ ਐ। ਮਹਾਂਕਵੀ ਜੀ ਕਹਿੰਦੇ ਸਤਿਗੁਰਾਂ ਦੇ ਚਰਨ ਵਿੱਚ ਵੀ ਪਦਮ ਹੈ। ਐਸੇ ਪਦਮ ਸਹਿਤ ਜੋ ਗੁਰੂਦੇਵ ਦੇ ਪਵਿੱਤਰ ਚਰਨ ਨੇ, ਉਹ ਗੁਰੂ ਕੇ ਸਿੱਖਾਂ ਨੇ ਆਪਣੇ ਹਿਰਦਿਆਂ ਵਿੱਚ ਵਸਾਏ ਹਨ। ਬਾਸੁਰ ਦਸ ਸਪਤਮ ਮੈਂ ਪਹੁੰਚੇ ਨਗਰ ਏਮ ਨਾ ਵਾਦੂ। ਲਗਾਤਾਰ ਸਤਿਗੁਰੂ ਜੀ ਚੱਲਦੇ ਰਹੇ, ਰਸਤੇ 'ਚ ਅਨੇਕਾਂ ਜੀਵਾਂ ਨੂੰ ਤਾਰਦੇ। ਤਕਰੀਬਨ 17 ਦਿਨਾਂ ਵਿੱਚ ਗੁਰਦੇਵ ਜੀ ਏਮਨਾਬਾਦ ਨਗਰ ਪਹੁੰਚੇ ਹਨ। ਪਹਿਲਾ ਟੂਰ ਮਹਾਰਾਜ ਜੀ ਦਾ ਜਿਹੜਾ ਸੀ ਉਹ 17 ਦਿਨ ਲਗਾਤਾਰ ਨਿਰੰਤਰ ਰਸਤੇ 'ਚ ਕਿਤੇ ਪੜਾਅ ਕਰਦੇ ਹੋਣਗੇ। ਚਲਦਿਆਂ ਚਲਦਿਆਂ ਸਾਹਿਬ ਜੀ 17 ਦਿਨਾਂ ਵਿੱਚ ਏਮਨਾਬਾਦ ਨਗਰ ਪਹੁੰਚੇ ਹਨ। ਗਏ ਸਦਨ ਤੇ ਦੋਖ ਨਿਕੰਦਨ ਸੇਵਕ ਦਾ ਐਲਾਦੂ। ਮਹਾਰਾਜ ਜੀ ਦੀ ਸੇਵਾ ਕਰਨ ਵਾਲਾ ਜਿਹੜਾ ਬੜੀ ਖੁਸ਼ੀ ਨਾਲ ਚਾਅ ਨਾਲ ਸੇਵਾ ਕਰਨ ਵਾਲਾ ਸਿੱਖ ਭਾਈ ਲਾਲੋ, ਸਤਿਗੁਰੂ ਜੀ ਚੱਲ ਕੇ ਸਿੱਧਾ ਉਸ ਸਿੱਖ ਦੇ ਘਰ ਆਏ ਹਨ। ਹੀਰ ਮੁਖਾਰ ਬਿੰਦ ਪਾਠਾਂਡੋ ਪਦ ਬੰਧਨ ਕਰ ਬੰਦੀ। ਭਾਈ ਲਾਲੋ ਜੀ ਆਪਣੇ ਘਰ ਦੇ ਵਿੱਚ ਕਿਉਂਕਿ ਤਰਖਾਣ ਸਨ, ਲੱਕੜੀ ਦਾ ਕੋਈ ਕੰਮ ਕਰ ਰਹੇ ਸੀ, ਮੰਜਾ ਬਣਾ ਰਹੇ ਸੀ। ਸਤਿਗੁਰੂ ਜੀ ਨੂੰ ਭਾਈ ਮਰਦਾਨਾ ਜੀ ਨੂੰ ਜਦੋਂ ਸਾਹਿਬ ਜੀ ਨੂੰ ਵੇਖਿਆ, ਦਰਸ਼ਨ ਕੀਤੇ, ਤਾਂ ਭਾਈ ਲਾਲੋ ਜੀ ਉੱਠ ਕੇ ਖਲੋ ਗਏ। ਗੁਰਦੇਵ ਦੇ ਸੋਹਣੇ ਚੰਦਰਮਾ ਜੈਸੇ ਕਮਲ ਜੈਸੇ ਖਿੜੇ ਹੋਏ ਚਿਹਰੇ ਦੇ ਦਰਸ਼ਨ ਕੀਤੇ। ਦਰਸ ਬਿਲੋਕਤ ਸ਼ਾਂਤ ਪਾਈ ਮਨ ਲਾਲੋ ਹਿਰਦੇ ਆਨੰਦੇ। ਭਾਈ ਲਾਲੋ ਨੇ ਪਹਿਲੀ ਵਾਰ ਦਰਸ਼ਨ ਕੀਤੇ ਸਨ ਸਤਿਗੁਰਾਂ ਦੇ, ਪਹਿਲਾਂ ਕਦੇ ਮਿਲੇ ਨਹੀਂ ਸੀ, ਪਰ ਦਰਸ਼ਨ ਕਰਦਿਆਂ ਹਿਰਦੇ ਨੂੰ ਆਨੰਦ ਜਿਹਾ ਆਇਆ। ਭਾਈ ਲਾਲੋ ਨੂੰ ਜਦੋਂ ਦਰਸ਼ਨ ਕੀਤੇ ਨਾ ਸਤਿਗੁਰਾਂ ਦੇ, ਤੇ ਦਰਸ਼ਨ ਕਰਦਿਆਂ ਹਿਰਦਾ ਇੱਕਦਮ ਜਿਵੇਂ ਟਿਕਾ 'ਚ ਆ ਜਾਂਦਾ, ਹਿਰਦੇ ਨੂੰ ਸਕੂਨ ਜਿਹਾ ਆ ਜਾਂਦਾ। ਇਹੋ ਜਿਹਾ ਰਸ ਜਿਹਾ ਆਇਆ ਭਾਈ ਲਾਲੋ ਨੂੰ ਮਹਾਰਾਜ ਜੀ ਦੇ ਦਰਸ਼ਨ ਕਰਕੇ। ਚਿਤ ਕਰ ਤਾਰ ਨਿਤ ਹੋਏ ਤੋ ਕੋ ਬੈਸ ਕਿਰਤ ਕੋ ਕਰੀਏ। ਮਹਾਰਾਜ ਜੀ ਨੂੰ ਨਮਸਕਾਰ ਕੀਤੀ ਭਾਈ ਲਾਲੋ ਨੇ ਕੋਲ ਆ ਕੇ, ਤੇ ਸਤਿਗੁਰਾਂ ਆਖਿਆ ਤੇਰੇ ਚਿੱਤ ਚੋਂ ਕਰਤਾਰ ਨਾ ਵਿਸਰੇ, ਤੇਰੇ ਚਿੱਤ ਵਿੱਚ ਹਮੇਸ਼ਾ ਤੈਨੂੰ ਕਰਤਾਰ ਚੇਤੇ ਰਵੇ। ਇਹ ਅਸੀਸ ਦਿੱਤੀ। ਆਖਿਆ ਭਾਈ ਲਾਲੋ ਜਿਹੜਾ ਕੰਮ ਕਰਦਾ ਕਰ ਲੈ, ਪਹਿਲਾਂ ਆਪਾਂ ਬਾਅਦ ਵਿੱਚ ਗੱਲਬਾਤ ਕਰਦੇ ਆਂ। ਆ ਤੂੰ ਮੰਜਾ ਬਣਾਉਣਾ, ਆਹ ਕੰਮ ਜਿਹੜਾ ਤੂੰ ਇਹ ਪਹਿਲਾਂ ਕਰ ਲੈ। ਬੂਝਤ ਲਾਲੋ ਆਏ ਕਿਤ ਤੇ
ਕਰੁਣਾ ਸਦਨ ਉਚਰੀਏ। ਪੁੱਛਣ ਲੱਗੇ ਭਾਈ ਲਾਲੋ ਜੀ, ਮਹਾਰਾਜ ਜੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਭਾਈ ਲਾਲੋ ਜੀ ਪੁੱਛਦੇ, ਮਹਾਰਾਜ ਜੀ ਤੁਸੀਂ ਕੌਣ ਹੋ ਔਰ ਕਿੱਥੋਂ ਚੱਲ ਕੇ ਆਏ ਹੋ? ਬੇਸ ਅਪੂਰਬ ਰੂਪ ਅਨੂਪਮ ਮਦਰ ਮੁਖਰ ਗਤ ਦੇਨਾ। ਮਹਾਰਾਜ ਜੀ ਤੁਹਾਡਾ ਬੇਸ ਅਪੂਰਬ, ਮੈਂ ਪਹਿਲੀ ਵਾਰ ਵੇਖ ਰਿਹਾ, ਨਵਾਂ ਸਵਰੂਪ ਹੈ, ਕਦੇ ਮੈਂ ਪਹਿਲਾਂ ਆਪ ਜੀ ਦੇ ਦਰਸ਼ਨ ਨਹੀਂ ਕੀਤੇ। ਤੁਹਾਡੇ ਬੋਲ ਬੜੇ ਮਿੱਠੇ ਤੇ ਪਿਆਰੇ ਨੇ ਔਰ ਤੁਹਾਡੇ ਦਰਸ਼ਨ ਮੇਰੇ ਹਿਰਦੇ ਨੂੰ ਆਨੰਦ ਦੇ ਰਹੇ ਨੇ। ਜਦੋਂ ਮੈਂ ਤੁਹਾਡੇ ਵੱਲ ਵੇਖਦਾ ਤੇ ਮੇਰੇ ਹਿਰਦੇ ਨੂੰ, ਮੇਰੇ ਮਨ ਨੂੰ ਆਨੰਦ ਪ੍ਰਾਪਤ ਹੁੰਦਾ। ਮਹਾਰਾਜ ਜੀ ਆਪ ਜੀ ਕਿੱਥੋਂ ਆਏ ਹੋ? ਜੀਤ ਨਿਰੰਤਰ ਪ੍ਰੀਤ ਵਦੀ ਮੁਝ ਹੀਰਤ ਹੋਵਤ ਚੈਨਾ। ਮੇਰੇ ਹਿਰਦੇ ਵਿੱਚ ਪ੍ਰੇਮ ਵਧਿਆ ਹੋਇਆ, ਪ੍ਰੀਤ ਵਧੀ ਹੋਈ ਹੈ, ਪਰਮੇਸ਼ਰ ਦੇ ਦਰਸ਼ਨਾਂ ਦੀ ਚਾਹ ਤੇ ਇੱਛਾ ਵਧੀ ਹੋਈ ਹੈ ਤੇ ਤੁਹਾਡੇ ਦਰਸ਼ਨ ਕਰਕੇ ਮੇਰੇ ਮਨ ਨੂੰ ਚੈਨ ਜਿਹਾ ਆ ਗਿਆ। ਭਾਈ ਲਾਲੋ ਜੀ ਕਹਿੰਦੇ ਮੇਰੇ ਮਨ 'ਚ ਪ੍ਰੀਤ ਸੀ ਕਿ ਮੈਂ ਪ੍ਰਭੂ ਦੇ ਦਰਸ਼ਨ ਕਰਾਂ ਤੇ ਮਨ ਉਤਾਵਲਾ ਸੀ ਵੀ ਕਦੋਂ ਹੋਣ, ਤੇ ਜਦੋਂ ਮੈਂ ਤੁਹਾਡੇ ਦਰਸ਼ਨ ਕੀਤੇ ਨੇ ਤੇ ਮੇਰੇ ਮਨ ਨੂੰ ਸਕੂਨ ਆ ਗਿਆ, ਮੇਰੇ ਮਨ ਨੂੰ ਚੈਨ ਆ ਗਿਆ। ਮਹਾਰਾਜ ਤੁਸੀਂ ਕੌਣ ਹੋ? ਕਹਿ ਨਾਨਕ ਪਰਦੇਸੀ ਹਮ ਹੈ ਨਹੀਂ ਨਿਕੇਤੰਗ ਨੇਰੇ। ਮਹਾਰਾਜ ਜੀ ਕਹਿੰਦੇ ਭਾਈ ਲਾਲੋ ਅਸੀਂ ਪਰਦੇਸੀ ਲੋਕ ਆ। ਪਾਤਸ਼ਾਹ ਕਹਿੰਦੇ ਭਾਈ ਲਾਲੋ ਅਸੀਂ ਪਰਦੇਸੀ ਹਾਂ ਤੇ ਸਾਡਾ ਘਰ ਇੱਥੇ ਨੇੜੇ ਨਹੀਂ ਹੈ। ਇਹਦੇ 'ਚ ਬੜੇ ਡੂੰਘੇ ਭਾਵ ਨੇ। ਇਹ ਸੰਸਾਰ 'ਚ ਅਸੀਂ ਸਾਰੇ ਪਰਦੇਸੀ ਹਾਂ ਤੇ ਜਿਹੜਾ ਸਾਡਾ ਘਰ ਹੈ ਨਾ, ਜਿੱਥੇ ਅਸੀਂ ਜਾਣਾ, ਉਹ ਵਾਕਈ ਬੜੀ ਦੂਰ ਹੈ, ਉਹ ਨੇੜੇ ਨਹੀਂ ਹੈ। ਨਿਰੰਕਾਰ ਦਾ ਘਰ ਉਹ ਨੇੜੇ ਨਹੀਂ। ਇਸ ਕਰਕੇ ਪਾਤਸ਼ਾਹ ਕਹਿੰਦੇ ਭਾਈ ਲਾਲੋ ਅਸੀਂ ਪਰਦੇਸੀ ਹਾਂ ਔਰ ਸਾਡਾ ਘਰ ਇੱਥੇ ਨੇੜੇ ਨਹੀਂ। ਲਖੋ ਬੇਸ ਦਰਵੇਸ਼ ਹਮਾਰੋ। ਤੁਸੀਂ ਸਾਡੇ ਬੇਸ ਬਾਰੇ ਪੁੱਛਦੇ ਹੋਏ ਤੇ ਇਹ ਸਾਡਾ ਬੇਸ ਜਿਹੜਾ ਇਹ ਦਰਵੇਸ਼ਾਂ ਵਾਲਾ ਬੇਸ ਹੈ, ਇਹ ਸਾਡਾ ਦਰਵੇਸ਼ੀ ਬੇਸ ਹੈ। ਦੇਸ਼ ਵਿਦੇਸ਼ਨ ਹੀਰੇ। ਅਸੀਂ ਦੇਸ਼ ਵਿਦੇਸ਼ਾਂ ਦਾ ਰਟਨ ਕਰਨ ਲਈ ਚੱਲੇ ਹੋਏ ਆ, ਦੇਸ਼ ਵਿਦੇਸ਼ ਵੇਖ ਰਹੇ ਆ ਵਿਚਰ ਕੇ। ਛਪਿਆ ਦਰਸ਼ਨ ਪਰਸਤ ਮਿਟਤ ਕਲੁਕ ਸ਼ੁਭ ਬਦਨ ਬਿਰਾਜੇ। ਕਹਿਣ ਲੱਗਾ ਮਹਾਰਾਜ ਜੀ ਤੁਹਾਡੇ ਦਰਸ਼ਨ ਕਰਕੇ ਮੇਰੇ ਪਾਪ ਨਸ਼ਟ ਹੋ ਰਹੇ ਹੈ। ਭਾਈ ਲਾਲੋ ਜੀ ਕਹਿੰਦੇ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਮੇਰੇ ਜਿਤਨੇ ਕਲੁਖ ਪਾਪ ਨੇ ਉਹ ਨਿਰਵਿਰਤ ਹੋ ਰਹੇ ਨੇ ਔਰ ਤੁਹਾਡੇ ਦਰਸ਼ਨ ਕਰਕੇ ਮੈਨੂੰ ਆਨੰਦ ਦੀ ਪ੍ਰਾਪਤੀ ਹੋ ਰਹੀ ਹੈ। ਜਨਮ ਮਰਨ ਪਵ ਮਦ ਨਸ਼ਟ ਕਰ ਤਮ ਤਨ ਛਾਜੇ। ਮਹਾਰਾਜ ਜੀ ਤੁਹਾਡਾ ਸ਼ੁਭ ਬਦਨ ਬਿਰਾਜ ਹੈ, ਨਜ਼ਰ ਆ ਰਿਹਾ ਹੈ। ਜੋ ਇਸ ਭਾਵ ਸੰਸਾਰ ਦੇ ਵਿੱਚ ਮੇਰਾ ਜਨਮ ਤੇ ਮਰਨ ਹੈ, ਇਹ ਜਨਮ ਤੇ ਮਰਨ ਨੂੰ ਤੁਸੀਂ ਨਸ਼ਟ ਕਰਨ ਵਾਲੇ ਹੋ। ਇਹੋ ਜਾਪਦਾ ਹੈ ਕਿ ਸਾਡੇ ਵਰਗੇ ਜੀਵਾਂ ਦੇ ਜਨਮ ਮਰਨ ਨੂੰ ਕੱਟਣ ਵਾਸਤੇ ਹੀ ਤੁਸੀਂ ਸਰੀਰ ਧਾਰਿਆ ਹੋਵੇ। ਹਾਲਾਂਕਿ ਭਾਈ ਲਾਲੋ ਨੂੰ ਹਾਲੇ ਨਹੀਂ ਪਤਾ ਵੀ ਕੌਣ ਨੇ, ਪਰ ਭਾਈ ਲਾਲੋ ਦੀਆਂ ਉਹ ਬਿਆਨ ਅੱਖੀਆਂ ਜਿਹੜੇ ਅੰਦਰ ਦੇ ਨੇਤਰ ਨੇ ਉਹ ਪਛਾਣ ਰਹੇ ਨੇ। ਕਹਿਣ ਲੱਗੇ ਇਉਂ ਜਾਪਦਾ ਹੈ ਕਿ ਸਾਡੇ ਵਰਗੇ ਜੀਵਾਂ ਦਾ ਜਨਮ ਤੇ ਮਰਨ ਕੱਟਣ ਲਈ ਤੁਸੀਂ ਇਹ ਸੰਸਾਰ ਦੇ ਵਿੱਚ ਇਹ ਸਰੀਰ ਧਾਰਨ ਕੀਤਾ ਹੋਇਆ ਹੈ। ਹਮ ਸਭ ਨਰ ਅਗ ਕਰਤ ਤਿਨੇ ਅਪਰਵਗ ਉਧਾਰੇ। ਸਾਡੇ ਵਰਗੇ ਜੀਵ ਜਿਹੜੇ ਅਗ ਕਰਦੇ ਨੇ, ਪਾਪ ਕਰਦੇ ਨੇ, ਉਹਨਾਂ ਪਾਪ ਕਰਨ ਵਾਲੇ ਜੀਵਾਂ ਨੂੰ ਤੁਸੀਂ ਅਪਵਰਗ ਦੇਣ ਆਏ ਹੋ। ਅਪਵਰਗ ਕਹਿੰਦੇ ਨੇ ਕਲਿਆਣ ਨੂੰ, ਮੁਕਤੀ ਨੂੰ। ਮਹਾਰਾਜ ਜੀ ਸਾਡੇ ਵਰਗੇ ਜੀਵਾਂ ਨੂੰ ਤੁਸੀਂ ਅਪਵਰਗ ਦੇਣ ਆਏ ਹੋ, ਮੁਕਤੀ ਦੇਣ ਆਏ ਹੋ। ਉਪਜਦ ਸੁਖ ਉਰ ਮਦ ਸੁਨਤ ਹੋ ਬਚਨ ਤਿਹਾਰੇ। ਮਹਾਰਾਜ ਤੁਹਾਡੇ ਬਚਨ ਜਦੋਂ ਸੁਣਦਾ, ਜਦੋਂ ਤੁਸੀਂ ਬੋਲਦੇ ਹੋ ਨਾ ਤੇ ਮੇਰੇ ਕੰਨਾਂ 'ਚ ਤੁਹਾਡੇ ਬੋਲ ਪੈਂਦੇ ਐ, ਉਹ ਹਿਰਦੇ 'ਚ ਜਾ ਕੇ ਮਹਾਰਾਜ ਜੀ ਬੜਾ ਹੀ ਸਕੂਨ ਦੇ ਰਹੇ ਨੇ। ਤੁਸੀਂ ਕਿਹਾ ਨਾ ਵੀ ਅਸੀਂ ਵਿਦੇਸ਼ੀ ਹਾਂ, ਘਰ ਸਾਡਾ ਨੇੜੇ ਨਹੀਂ, ਫਕੀਰੀ ਸਾਡਾ ਦਰਵੇਸ਼ੀ ਸਵਰੂਪ ਹੈ। ਇਹ ਬੋਲ ਸੁਣ ਕੇ ਮੇਰੇ ਹਿਰਦੇ ਨੂੰ ਆਨੰਦ ਹੋ ਰਿਹਾ ਹੈ। ਤੁਹਾਡੇ ਬਚਨ ਬੜੇ ਪਿਆਰੇ ਮੇਰੇ ਹਿਰਦੇ ਨੂੰ ਖੇੜਾ ਦੇ ਰਹੇ ਨੇ। ਸੁਖ ਕੰਦ ਮੁਕੰਦ ਹੋ ਸੋ ਸੰਤ ਹੋ
ਨਾਮ ਉਚਾਰਨ ਨਿਜ ਕਰੋ। ਮਹਾਰਾਜ ਜੀ ਤੁਸੀਂ ਸੁੱਖਾਂ ਦੇ ਮੂਲ ਜਾਪਦੇ ਹੋ, ਮੈਨੂੰ ਇਉਂ ਜਾਪਦਾ ਹੈ ਤੁਸੀਂ ਮੁਕਤੀ ਦੇ ਦਾਤੇ ਹੋ। ਫਿਰ ਭਾਈ ਲਾਲੋ ਜੀ ਕਹਿੰਦੇ ਮਹਾਰਾਜ ਮੈਨੂੰ ਇਉਂ ਵੀ ਜਾਪਦਾ ਹੈ ਕਿ ਤੁਸੀਂ ਕੋਈ ਮਹਾਨ ਸੰਤ ਹੋ, ਕਿਰਪਾ ਕਰੋ ਮਹਾਰਾਜ ਆਪਣਾ ਨਾਮ ਉਚਾਰੋ ਕਿ ਤੁਹਾਡਾ ਕੀ ਨਾਮ ਹੈ। ਤੁਮ ਚਰਨ ਸ਼ਰਨ ਮਮ ਪਰਨ ਮਮ ਕਰੁਣਾ ਕਰ ਕਰੁਣਾ ਟਰੋ। ਮਹਾਰਾਜ ਜੀ ਕਿਰਪਾ ਦੇ ਘਰ ਵਿੱਚ ਆਓ, ਮੈਂ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਹਾਂ, ਮੈਨੂੰ ਕਿਰਪਾ ਕਰਕੇ ਆਪਣਾ ਨਾਮ ਦੱਸੋ। ਮੈਂ ਜਾਣਨੇ ਦਾ ਭਲਾਖੀ ਹਾਂ ਕਿ ਤੁਸੀਂ ਆਪਣੇ ਨਾਮ ਬਾਰੇ ਮੈਨੂੰ ਦੱਸੋ। ਦੋਹਰਾ ਬੋਲੇ ਸ਼੍ਰੀ ਮੁਖ ਸੋ ਬਚਨ ਜਾਨ ਜਾਓਗੇ ਆਪ। ਮਹਾਰਾਜ ਜੀ ਸੱਜ ਗਏ ਬੈਠੇ ਸਨ ਤੇ ਭਾਈ ਲਾਲੋ ਜੀ ਵੀ ਨੇੜੇ ਬਹਿ ਗਏ। ਮੰਜਾ ਉਹ ਬਣਾ ਰਹੇ ਸਨ ਤੇ ਨਾਲ ਪੁੱਛਦੇ ਮਹਾਰਾਜ ਜੀ ਦੱਸੋ ਤੁਹਾਡਾ ਨਾਮ। ਸਤਿਗੁਰੂ ਜੀ ਕਹਿੰਦੇ ਕੋਈ ਨਹੀਂ ਲਾਲੋ, ਠਹਿਰ ਜਾ ਥੋੜਾ ਸਮਾਂ, ਆਪੇ ਜਾਣ ਜਾਏਗਾ ਅਸੀਂ ਕੌਣ ਹਾਂ। ਕੁਝ ਤਾਂ ਸਮਝ ਗਿਆ, ਜਿਹੜਾ ਨਹੀਂ ਸਮਝਿਆ ਉਹ ਵੀ ਸਮਝ ਜਾਏਗਾ। ਬੈਠ ਜਾ ਸ਼ਾਂਤੀ ਨਾਲ, ਪਤਾ ਲੱਗ ਜਾਏਗਾ ਤੈਨੂੰ ਅਸੀਂ ਕੌਣ ਹਾਂ। ਅਬ ਬੈਸੋ ਕ੍ਰਿਤ ਕੋ ਕਰੋ ਹਰ ਹਰ ਜਪੀਏ ਜਾਪ। ਆ ਜਿਹੜਾ ਕੰਮ ਕਰਦੇ ਹੋ ਵਿੱਚ ਆ ਮੰਜਾ ਤੁਹਾਡਾ ਰਹਿ ਗਿਆ, ਥੋੜਾ ਜਿਹਾ ਪੂਰਾ ਕਰ ਲੋ, ਬਣਾ ਲੋ ਤੇ ਨਾਲੇ ਹਰੀ ਹਰੀ ਜਪੋ, ਆਪੇ ਪਤਾ ਲੱਗ ਜਾਏਗਾ ਹੁਣੇ ਸਹਿਜੇ ਸਹਿਜੇ ਤੁਹਾਨੂੰ ਅਸੀਂ ਕੌਣ ਹਾਂ। ਦਵਈਆ ਚੰਦ ਪ੍ਰਗਟਿਓ ਤਪਾ ਏਕ ਸ਼੍ਰੀ ਨਾਨਕ ਭਾਸਤ ਹੋ ਤੁਮ ਸੋ। ਝੱਟ ਭਾਈ ਲਾਲੋ ਫਿਰ ਬੋਲ ਪਏ ਮੰਜਾ ਵਿੱਚ ਹੀ, ਕਹਿੰਦੇ ਮਹਾਰਾਜ ਤੁਸੀਂ ਉਹ ਤਾਂ ਨਹੀਂ, ਆਪਣੇ ਆਪ ਹੀ ਭਾਈ ਲਾਲੋ ਤੁਸੀਂ ਉਹ ਤਾਂ ਨਹੀਂ ਜਿਹੜਾ ਹੁਣੇ ਹੁਣੇ ਕੁਝ ਸਮਾਂ ਪਹਿਲਾਂ ਇੱਕ ਤਪਾ ਪ੍ਰਗਟ ਹੋਇਆ। ਤਪਾ ਬੜਾ ਵੱਡਾ ਤਪਾ ਹੈ, ਉਹ ਪ੍ਰਗਟ ਹੋਇਆ ਔਰ ਉਹਦਾ ਨਾਮ ਹੈ ਨਾਨਕ। ਤੁਸੀਂ ਕਿਤੇ ਨਾਨਕ ਤਪਾ ਜੀ ਤਾਂ ਨਹੀਂ, ਮੈਨੂੰ ਤਾਂ ਉਹੀ ਜਾਪਦੇ ਹੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਹਿਬ ਨੇ ਦੱਸਿਆ ਨਹੀਂ ਸਾਡਾ ਨਾਂ ਕੀ ਹੈ। ਭਾਈ ਲਾਲੋ ਜੀ ਆਪਣੀਆਂ ਅੰਦਰਲੀਆਂ ਅੱਖਾਂ ਨਾਲ ਬੁੱਝ ਰਹੇ। ਮਹਾਰਾਜ ਇੱਕ ਤਪਾ ਜੀ ਪ੍ਰਗਟ ਹੋਏ ਨੇ, ਬੜੇ ਤਪਸਵੀ ਨੇ, ਉਹਨਾਂ ਦਾ ਨਾਮ ਨਾਨਕ ਹੈ। ਤੁਸੀਂ ਮਹਾਰਾਜ ਜੀ ਮੈਨੂੰ ਤਾਂ ਨਾਨਕ ਤਪਾ ਜੀ ਭਾਸਦੇ ਹੋ, ਜਾਪਦੇ ਹੋ। ਨੈ ਸਮਾਨ ਰਾਵਰ ਕੋ ਦੀਸੇ ਖੋਜੋ 10 ਦਿਸ਼ ਜੋ। ਮਹਾਰਾਜ ਉਹ ਇਹੋ ਜਿਹੇ ਮਹਾਂਪੁਰਸ਼ ਨੇ ਨਾਨਕ ਤਪਾ ਜੀ, ਮੈਂ ਉਹਨਾਂ ਬਾਰੇ ਸੁਣਿਆ ਕਿ ਉਹਨਾਂ ਸਮਾਨ ਕੋਈ ਦੂਸਰਾ ਨਹੀਂ। ਮੈਂ ਵੀ ਬੜੇ ਬੜੇ ਫਕੀਰਾਂ ਨੂੰ ਮਿਲਿਆ, ਬੜੇ ਬੜੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਆ, ਪਰ ਤੁਹਾਡੇ ਦਰਸ਼ਨ ਕਰਕੇ ਮੈਂ ਇਹ ਜਾਣ ਲਿਆ ਵੀ ਤੁਹਾਡੇ ਵਰਗਾ ਮਹਾਂਪੁਰਸ਼ ਫਕੀਰ ਮੈਨੂੰ ਅੱਜ ਤਾਈਂ ਨਹੀਂ ਕਦੇ ਮਿਲਿਆ। ਸਤਿ ਸ੍ਰੀ ਅਕਾਲ। ਭਾਵੇਂ ਮੈਂ 10 ਦਿਸ਼ਾਵਾਂ ਖੋਜ ਲਵਾਂ, ਲੱਭ ਲਵਾਂ, ਪਰ ਮੈਨੂੰ ਤੁਹਾਡੇ ਵਰਗਾ ਅੱਜ ਤਾਈਂ ਨਾ ਕੋਈ ਮਿਲਿਆ ਤੇ ਨਾ ਹੀ ਕੋਈ ਮਿਲਿਆ ਜਾਪੇਗਾ। ਤਦਪि ਤੁਮਰੇ ਬਿਨ ਭਾਖੇ ਨੈ ਆਵਤ ਪਰਤੀ ਤੂ। ਮਹਾਰਾਜ ਜੀ ਫਿਰ ਵੀ ਜਦੋਂ ਤੱਕ ਤੁਸੀਂ ਨਾ ਦੱਸੋਗੇ ਉਦੋਂ ਤੱਕ ਮੇਰੇ ਮਨ ਨੂੰ ਪ੍ਰਤੀਤ ਨਹੀਂ ਆਉਣੀ। ਤੁਸੀਂ ਦੱਸੋਗੇ ਤਾਂ ਮੇਰੇ ਮਨ ਨੂੰ ਪ੍ਰਤੀਤ ਆਉਣੀ ਹੈ, ਤਾਂ ਮੇਰੇ ਮਨ ਨੂੰ ਭਰੋਸਾ ਆਉਣਾ। ਮੈਂ ਤਾਂ ਅੰਦਾਜ਼ਾ ਲਾ ਲਿਆ ਵੀ ਤੁਸੀਂ ਨਾਨਕ ਤਪਾ ਜੀ ਹੋ, ਪਰ ਜਦੋਂ ਤੁਸੀਂ ਦੱਸੋਗੇ, ਹਾਮੀ ਭਰੋਗੇ, ਫੇਰ ਹੀ ਮੈਨੂੰ ਪਤਾ ਲੱਗੇਗਾ ਨਾ। ਹਾਂਜੀ। ਕਹਿ ਮਰਦਾਨਾ ਜਾਨੋ ਸੋ ਰਾਖੋ ਸ਼ਰਦਾ ਚੀਤੂ। ਸਤਿਗੁਰੂ ਜੀ ਤਾਂ ਨਹੀਂ ਬੋਲੇ, ਲਾਗਿਓ ਭਾਈ ਮਰਦਾਨਾ ਜੀ ਬੋਲੇ, ਕਹਿੰਦੇ ਹਾਂ ਭਾਈ ਲਾਲੋ ਇਹ ਉਹੀ ਨੇ ਜਿਨ੍ਹਾਂ ਦਾ ਤੂੰ ਨਾਂ ਲੈ ਰਿਹਾ ਹੈ। ਪ੍ਰਤੀਤ ਰੱਖ, ਇਹਨਾਂ ਤੇ ਭਰੋਸਾ ਰੱਖ, ਇਹ ਉਹੀ ਹਨ। ਸ਼ੰਕਰ ਚੰਦ ਸੁਨ ਕਰ ਕਹਿਤ ਪਇਓ ਬਚ ਲਾਲੋ ਕੌਣ ਵਰਨ ਤਵ ਨਾਮ। ਸੁਣ ਕੇ ਫਿਰ ਬੋਲੇ ਭਾਈ ਲਾਲੋ ਜੀ। ਭਾਈ ਮਰਦਾਨੇ ਨੂੰ ਪੁੱਛਦੇ, ਕਹਿੰਦੇ ਮਹਾਰਾਜ ਤੁਹਾਡਾ ਕੀ ਨਾਮ ਹੈ, ਤੁਹਾਡਾ ਕੀ ਵਰਣ ਹੈ। ਵੀਨਾ ਬਾਰੇ ਤਾਂ ਲੱਗ ਗਿਆ ਪਤਾ ਵੀ ਨਾਨਕ ਤਪਾ ਜੀ ਹਨ। ਤੁਸੀਂ ਵੀ ਬੜੇ ਸ਼ੁਭ ਬੋਲਣ ਵਾਲੇ ਹੋ,
ਤੁਹਾਡਾ ਕੀ ਨਾਮ ਹੈ ਔਰ ਤੁਹਾਡਾ ਕੀ ਵਰਣ ਹੈ? ਸਰਬ ਬਿਰਤਾਂਤ ਜਨਾਵੋ ਆਪਣਾ ਕੈ ਅਸਥਾਨੰ ਧਾਮ। ਤੁਸੀਂ ਮੈਨੂੰ ਆਪਣੇ ਬਾਰੇ ਵੀ ਜਾਣਕਾਰੀ ਦਿਓ। ਤੁਹਾਡਾ ਨਗਰ ਕਿਹੜਾ ਹੈ? ਕਿੱਥੋਂ ਦੇ ਤੁਸੀਂ ਰਹਿਣ ਵਾਲੇ ਹੋ? ਮਰਦਾਨਾ ਲਖ ਨਾਮ ਹਮਾਰਾ। ਸੁਣ ਕੇ ਭਾਈ ਸਾਹਿਬ ਬੋਲੇ, ਕਹਿੰਦੇ ਭਾਈ ਲਾਲੋ ਮੇਰਾ ਨਾਮ ਹੈ ਮਰਦਾਨਾ। ਵਿਚਰਤ ਇਨਕੇ ਸਾਥ। ਮੈਂ ਇਹਨਾਂ ਦੇ ਨਾਲ ਵਿਚਰਦਾ, ਇਹਨਾਂ ਦੇ ਨਾਲ ਰਹਿੰਦਾ ਹਾਂ। ਬੇਦੀ ਕੁਲ ਕੋ ਚੀਨ ਮਿਰਾਸੀ। ਮੈਂ ਬੇਦੀਆਂ ਦੀ ਕੁਲ ਦਾ ਮਿਰਾਸ਼ੀ ਆ। ਇਹ ਵੇਦੀ ਕੁਲ ਸਿਰਮੌਰ ਨੇ, ਮੈਂ ਇਹਨਾਂ ਦੀ ਬੇਦੀਆਂ ਦੀ ਕੁਲ ਦਾ ਮਰਾਸ਼ੀ ਹਾਂ। ਨਾਨਕ ਜੀ ਮਮ ਨਾਥ। ਔਰ ਮੇਰੇ ਨਾਥ ਨੇ ਗੁਰੂ ਨਾਨਕ ਸਾਹਿਬ। ਇਹ ਮੇਰੇ ਸੁਆਮੀ ਹਨ, ਮੇਰੇ ਮਾਲਕ ਹਨ। ਦਵਈਆ ਚੰਦ ਬੰਦ ਉਬੇ ਕਰ ਬੰਧਨ ਕੀਨੀ। ਸੁਨ ਕਰ ਲਾਲੋ ਤਬਈ। ਦੋਵੇਂ ਹੱਥ ਜੋੜ ਕੇ ਭਾਈ ਮਰਦਾਨੇ ਨੂੰ ਤੇ ਗੁਰੂ ਨਾਨਕ ਸਾਹਿਬ ਨੂੰ ਭਾਈ ਲਾਲੋ ਨੇ ਮੱਥਾ ਟੇਕਿਆ। ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬੜੇ ਅਦਬ ਨਾਲ ਨਮਸਕਾਰ ਕੀਤੀ, ਪ੍ਰਣਾਮ ਕੀਤੀ। ਆਖਿਆ ਮਹਾਰਾਜ ਆਪਣੇ ਸੇਵਕ ਦੀ ਨਮਸਕਾਰ ਪ੍ਰਵਾਨ ਕਰੋ। ਸੀਸ ਤਰਿਓ ਪਦ ਪੰਕਜ ਉਪਰ ਪ੍ਰਾਪਤ ਨਿਸ਼ਚਾ ਜਬਈ। ਸਤਿਗੁਰੂ ਜੀ ਦੇ ਚਰਨਾਂ ਤੇ ਜਦੋਂ ਸੀਸ ਧਰਿਆ ਤੇ ਬੜਾ ਪ੍ਰਪੱਕ ਨਿਸ਼ਚਾ ਭਾਈ ਲਾਲੋ ਜੀ ਨੂੰ ਸਤਿਗੁਰਾਂ ਦੇ ਕੋਲੋਂ ਪ੍ਰਾਪਤ ਹੋਇਆ। ਸਾਦਰ ਸੋ ਤਵ ਮੰਚ ਡਸਾਵਾ ਬੈਸ ਗਏ ਤੇ ਕਾਲਾ। ਬੜਾ ਸੋਹਣਾ ਪਲੰਗਾ ਡਾਇਆ ਭਾਈ ਲਾਲੋ ਨੇ, ਉੱਤੇ ਵਿਛਾਉਣਾ ਵਿਛਾਇਆ, ਉਹਦੇ ਤੇ ਸਤਿਗੁਰੂ ਜੀ ਨੂੰ ਬਿਠਾਇਆ। ਮਹਾਰਾਜ ਜੀ ਬੈਠ ਗਏ, ਸਜ ਗਏ। ਸੁਖ ਸਾਗਰ ਪੂਰਨ ਜਗਦੀਸ਼ਾ ਦਾਸੇ ਕਰਨ ਨਿਹਾਲਾ। ਸੁੱਖਾਂ ਦੇ ਸਾਗਰ ਆਪਣੇ ਦਾਸਾਂ ਨੂੰ ਨਿਹਾਲ ਕਰਨ ਵਾਲੇ, ਕਿਰਤਾਰਥ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਹਨ। ਆਇਸ ਪਾਏ ਅਸਨ ਕਰ ਬੇਹਿਤ ਗਵਨਿਓ ਲਾਲੋ ਤਬਈ। ਭਾਈ ਲਾਲੋ ਨੇ ਆਗਿਆ ਲਈ, ਮਹਾਰਾਜ ਜੀ ਮੈਂ ਪ੍ਰਸ਼ਾਦੇ ਦਾ ਪ੍ਰਬੰਧ ਕਰ ਲਵਾਂ ਆਪ ਜੀ ਲਈ। ਉਹ ਤਾਂ ਆਗਿਆ ਲੈ ਕੇ ਪ੍ਰਸ਼ਾਦਾ ਤਿਆਰ ਕਰਨ ਲਈ ਭਾਈ ਲਾਲੋ ਜੀ ਚਲੇ ਗਏ। ਬੂਜਤ ਪਾ ਮਰਦਾਨਾ ਬਹਰੋ ਹਮ ਸੋ ਕਈਏ ਸਬਈ। ਭਾਈ ਮਰਦਾਨਾ ਜੀ ਸਤਿਗੁਰਾਂ ਕੋਲ ਬੈਠੇ, ਪੁੱਛਣ ਲੱਗੇ ਮਹਾਰਾਜ ਜੀ ਕਿਰਪਾ ਕਰਕੇ ਮੈਨੂੰ ਦੱਸੋ ਕੌਣ ਅਹੇ ਇਹ ਮਾਨਵ ਸੁਆਮੀ ਜੈ ਪਰ ਕਰੁਣਾ ਕੀਨੀ। ਮਹਾਰਾਜ ਜੀ ਇਹ ਕੌਣ ਹੈ ਜਿਹਦੇ ਤੇ ਆਪ ਜੀ ਨੇ ਇੰਨੀ ਕਿਰਪਾ ਕੀਤੀ? 17 ਦਿਨਾਂ ਦਾ ਪੈਂਡਾ ਤੈਅ ਕਰਕੇ ਸਿੱਧਾ ਇਹਦੇ ਕੋਲੇ ਆਏ ਹੋ। ਮਹਾਰਾਜ ਜੀ ਇੰਨੀ ਕਿਰਪਾ ਕਰਨ ਆਏ ਹੋ, ਇਹਦੇ ਤੇ ਕੌਣ ਹੈ? ਇਹ ਕੈਸਾ ਅਧਿਕਾਰੀ ਹੈ? ਭਾਗ ਵਡੇ ਇਹ ਦੀਸਤ ਮੋਕੋ ਬੁੱਧ ਭਗਤ ਮੈਂ ਪੀਨੀ। ਇਹਦੇ ਵੱਡੇ ਭਾਗ ਮੈਨੂੰ ਜਾਪਦੇ ਨੇ ਔਰ ਇਹਦੀ ਬੁੱਧੀ ਭਗਤੀ ਵਿੱਚ ਲੀਨ ਹੈ। ਸੁਨ ਕਰ ਬਚਨ ਉਚਾਰੇ ਸ਼੍ਰੀ ਮੁਖ ਚੀਨੋ ਸੰਤ ਸਰੂਪਾ। ਸੁਣ ਕੇ ਮਹਾਰਾਜ ਜੀ ਕਹਿੰਦੇ ਭਾਈ ਮਰਦਾਨਾ ਜੀ ਇਹ ਸੰਤ ਸਨ, ਇਹ ਸੰਤ ਲਾਲੋ ਹਨ। ਪਾਤਸ਼ਾਹ ਕਹਿੰਦੇ ਸੰਤ ਬਿਰਤੀ ਵਾਲੇ ਇਹ ਸੰਤ ਹਨ। ਭਗਤ ਕਰਤ ਬੀਤੇ ਕੁਛ ਜਨਮਾ ਅਬ ਪੀ ਸਫਲੇ ਅਨੂਪਾ। ਇਹਨਾਂ ਦੇ ਕੁਝ ਜਨਮ ਭਗਤੀ ਕਰਦਿਆਂ ਬੀਤ ਗਏ ਨੇ, ਇਸ ਜਨਮ 'ਚ ਇਹਨਾਂ ਦੀ ਭਗਤੀ ਪੂਰਨ ਹੋ ਗਈ ਹੈ। ਪਹਿਲਾਂ ਕੁਝ ਜਨਮ ਭਗਤੀ ਕਰਦਿਆਂ ਬੀਤੇ ਨੇ, ਆ ਜਿਹੜਾ ਜਨਮ ਹੁਣ ਇਹਨਾਂ ਨੂੰ ਮਿਲਿਆ ਇਹਦੇ ਵਿੱਚ ਇਹਨਾਂ ਦੀ ਭਗਤੀ ਸੰਪੂਰਨ ਹੋ ਗਈ ਹੈ। ਨੌ ਬਿਦ ਭਗਤ ਅਹੇ ਮਰਦਾਨਾ ਜਾਮੇ ਏਕੋ ਹੋਈ। ਮਹਾਰਾਜ ਜੀ ਕਹਿੰਦੇ ਮਰਦਾਨਿਆਂ 9 ਪ੍ਰਕਾਰ ਦੀ ਭਗਤੀ ਹੁੰਦੀ ਹੈ। 9 ਪ੍ਰਕਾਰ ਦੀ ਭਗਤੀ ਚੋਂ ਕੋਈ ਇੱਕ ਪ੍ਰਕਾਰ ਦੀ ਭਗਤੀ ਵੀ ਕਰ ਲਵੇ ਨਾ ਪੱਕੇ ਤੌਰ ਤੇ ਉਹਦੀ ਬੰਦ ਖਲਾਸੀ ਹੋ ਜਾਂਦੀ ਹੈ। 9 ਪ੍ਰਕਾਰ ਦੀ ਭਗਤੀ ਗੁਰਬਾਣੀ ਵਿੱਚ ਵੀ ਸਾਹਿਬ ਨੇ ਕਿਹਾ ਭਗਤ ਨਵੇਂ ਪ੍ਰਕਾਰਾ। ਭਗਤੀ 9 ਪ੍ਰਕਾਰ ਦੀ ਹੈ। ਨਵਧਾ ਭਗਤੀ 9 ਤਰ੍ਹਾਂ ਦੀ ਭਗਤੀ। ਮਹਾਰਾਜ ਜੀ ਕਹਿੰਦੇ ਮਰਦਾਨਿਆਂ 9 ਪ੍ਰਕਾਰ ਦੀ ਭਗਤੀ ਵਿੱਚੋਂ ਜਿਹੜਾ ਇੱਕ ਵੀ ਭਗਤੀ ਕਰ ਲਵੇ ਉਹਦੀ ਬੰਦ ਖਲਾਸੀ ਹੋ ਜਾਂਦੀ ਹੈ। ਭਵ ਸਾਗਰ ਤਰ ਗਤ ਕੋ ਪਾਵੇ
ਨੈ ਲਖ ਸੰਸਾ ਕੋਈ। ਜਿਹੜਾ ਇਹਦੇ ਵਿੱਚੋਂ ਇੱਕ ਵੀ ਭਗਤੀ ਕਰਕੇ ਕਮਾ ਲਵੇ ਉਸ ਭਗਤੀ ਨੂੰ, ਉਹ ਇਸ ਭਾਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ। ਇਹਦੇ 'ਚ ਕੋਈ ਸੰਸਾ ਨਹੀਂ ਰਹਿੰਦਾ। ਮਰਦਾਨਾ ਬੂਝਤ ਪਾਤਾ ਬਈ ਸਭ ਵਿਦ ਭਗਤ ਕਹੀਜੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਜੀ 9 ਪ੍ਰਕਾਰ ਦੀ ਭਗਤੀ ਦਾ ਆਪ ਜੀ ਕਿਰਪਾ ਕਰਕੇ ਵਿਸਥਾਰ ਕਰਕੇ ਦੱਸੋ। ਇੱਕ ਇੱਕ ਭਗਤੀ ਦਾ ਸਵਰੂਪ ਵਰਣਨ ਕਰਕੇ ਦੱਸੋ ਮਹਾਰਾਜ, ਕਿ ਜਿਹੜੀ ਇਹ 9 ਤਰ੍ਹਾਂ ਦੀ ਭਗਤੀ ਆਪ ਜੀ ਨੇ ਕਹੀ ਆ ਉਹ ਕਿਹੜੀ ਕਿਹੜੀ ਹੈ। ਭਾਈ ਮਰਦਾਨੇ ਨੇ ਇਉਂ ਬੇਨਤੀ ਕਰਕੇ ਸਤਿਗੁਰੂ ਜੀ ਨੂੰ ਪੁੱਛਿਆ, ਜੈ ਕੇ ਕਰਤ ਪਰਮਗਤ ਪਾਵੇਂ ਭਵ ਜਲ ਭਲੇ ਤਰੀਜੈ। ਜਿਸ ਭਗਤੀ ਦੇ ਕੀਤਿਆਂ ਪਰਮ ਪਦਵੀ ਪ੍ਰਾਪਤ ਹੁੰਦੀ ਹੈ, ਉਹਰੇ ਜੀਵ ਇਸ ਭਵਜਲ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਰਦਾ ਹੈ। ਸ਼੍ਰੀ ਮੁਖ ਪੰਤ ਪਏ ਤੈ ਕਾਲਾ ਸੁਨੀਏ ਭਗਤ ਪ੍ਰਕਾਰਾ। ਇਹ ਸੁਣ ਕੇ ਪਰਮ ਕਿਰਪਾਲੂ ਦਿਆਲੂ ਸਤਿਗੁਰੂ ਜੀ ਬੋਲੇ, ਕਹਿੰਦੇ ਸੁਣ ਵੀ ਮਰਦਾਨਿਆ, ਤੈਨੂੰ 9 ਤਰ੍ਹਾਂ ਦੀ ਭਗਤੀ ਦੱਸਦੇ ਆ ਵੀ ਕਿਹੜੀ ਕਿਹੜੀ ਭਗਤੀ ਹੈ। ਵਿਸਥਾਰ ਸਹਿਤ ਸੁਣੋ, ਭਾਵਨਾ ਨਾਲ ਸਰਵਣ ਕਰੋ, ਸੁਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਪ੍ਰਿਥਕ ਪ੍ਰਿਥਕ ਹੋ ਪਾਖੋਂ ਸਭਈ ਜੇ ਹੈ ਭਗਤੀ ਆਚਾਰਾ। ਵੱਖਰੀ ਵੱਖਰੀ ਭਗਤੀ ਦੇ ਜਿਹੜੇ ਆਚਾਰ ਨੇ, ਵਿਵਹਾਰ ਨੇ, ਉਹ ਕਰਮ ਜਿਹੜੇ ਨੇ ਉਹ ਤੁਹਾਨੂੰ ਦੱਸਦੇ ਹਾਂ। ਵੱਖੋ ਵੱਖਰੀ ਭਗਤੀ 9 ਤਰ੍ਹਾਂ ਦੀ ਭਗਤੀ ਹੈ। ਉਹਦੇ ਚੋਂ ਪਹਿਲੀ, ਦੂਜੀ, ਤੀਜੀ ਏਦਾਂ ਇਹਨਾਂ ਦੇ ਪ੍ਰਕਾਰ ਦੱਸਦੇ ਆ, ਉਹ ਧਿਆਨ ਨਾਲ ਸੁਣੋ। ਸਤ ਸੰਗਤ ਸਸ਼ਰੂਖਾ ਕਰਨੀ ਮਿਲਤੇ ਕਾਲ ਬਿਤਾਵੇਂ। ਸਭ ਤੋਂ ਪਹਿਲੀ ਭਗਤੀ ਜਿਹੜੀ ਆ 9 ਪ੍ਰਕਾਰ ਦੀ ਭਗਤੀ ਚੋਂ, ਉਹ 9 ਪ੍ਰਕਾਰ ਦੀ ਭਗਤੀ ਚੋਂ ਪਹਿਲੀ ਭਗਤੀ ਆ ਸਾਧ ਸੰਗਤ ਵਿੱਚ ਆ ਕੇ ਸੰਗਤ ਨੂੰ ਸੇਵਣਾ ਤੇ ਹਰੀ ਜਸ ਸਰਵਣ ਕਰਨਾ। ਇਹਨੂੰ ਸਰਵਣ ਭਗਤੀ ਕਹਿੰਦੇ ਆ। ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਪਾਦ ਸੇਵਨ ਭਗਤੀ, ਦਾਸਾ ਭਾਵ ਦੀ ਭਗਤੀ, ਸਖਾ ਭਾਵ ਦੀ ਭਗਤੀ, ਏਦਾਂ 9 ਪ੍ਰਕਾਰ ਦੀ ਭਗਤੀ। ਪਹਿਲੀ ਭਗਤੀ ਆ ਜਿਹੜੀ ਹੁਣ ਆਪ ਜੀ ਬੈਠੇ ਕਰ ਰਹੇ ਹੋ ਨਾ, ਕਿ ਸਾਧ ਸੰਗਤ ਵਿੱਚ ਆ ਕੇ ਕਥਾ ਸੁਣਨੀ, ਕੀਰਤਨ ਸੁਣਨਾ, ਸਤ ਸੰਗਤ ਨੂੰ ਸੇਵਣਾ, ਸਾਧ ਸੰਗਤ ਦੀ ਸੇਵਾ ਕਰਨੀ। ਮਹਾਰਾਜ ਜੀ ਕਹਿੰਦੇ ਪ੍ਰਥਮ ਭਗਤੀ ਹੈ। ਖਾਲਸਾ ਜੀ, ਅੱਜ ਕੱਲ ਇੱਕ ਬੜਾ ਵੱਡਾ ਦੁਖਾਂਤ ਵੇਖਣ ਨੂੰ ਪ੍ਰਤੀਤ ਹੁੰਦਾ, ਸਾਹਮਣੇ ਆਉਂਦਾ ਹੈ ਕਿ ਜਦੋਂ ਕਈ ਸੱਜਣ ਕਹਿੰਦੇ ਜੀ ਅਸੀਂ ਅੰਮ੍ਰਿਤ ਛਕਣਾ ਹੈ, ਖੰਡੇ ਦੀ ਪੋਲ ਛਕਣੀ ਹੈ, ਉਹਨਾਂ ਦੇ ਹਾਲੇ ਕਈ ਵੀਰਾਂ ਦੇ ਕੇਸ ਵੀ ਪੂਰੇ ਨਹੀਂ ਆਏ ਹੁੰਦੇ, ਉਹ ਜ਼ਬਰਦਸਤੀ ਆ ਕੇ ਕਹਿੰਦੇ ਜੀ ਸਾਨੂੰ ਛਕਣਾ ਹੀ ਛਕਣਾ ਸੀ ਅੰਮ੍ਰਿਤ। ਉਹ ਛਕ ਵੀ ਲੈਣ ਤੇ ਕਈ ਛਕਣ ਤੋਂ ਬਾਅਦ ਜਾ ਕੇ ਫਿਰ ਢਿੱਲੇ ਪੈ ਜਾਂਦੇ ਐ, ਕੱਚੇ ਪਿੱਲੇ ਹੋ ਜਾਂਦੇ ਐ। ਉਹਦਾ ਕਾਰਨ ਕੀ ਹੈ ਭਲਾ? ਪੁਰਾਣੇ ਸਮਿਆਂ ਵਿੱਚ, ਹੁਣ ਵੀ ਸੰਪਰਦਾਵਾਂ ਵਿੱਚ, ਮਹਾਂਪੁਰਸ਼ਾਂ ਦੇ ਪਾਸ ਜਿਹਨੇ ਅੰਮ੍ਰਿਤ ਛਕਣਾ ਹੁੰਦਾ ਉਹਨੂੰ ਪਹਿਲਾਂ ਕੁਝ ਸਮਾਂ ਸੰਗਤ ਵਿੱਚ ਲਾਇਆ ਜਾਂਦਾ ਵੀ ਤੁਸੀਂ ਸੰਗਤ 'ਚ ਰਹੋ, ਕਥਾ ਸੁਣੋ, ਕੀਰਤਨ ਸੁਣੋ, ਸੇਵਾ ਕਰੋ, ਗੁਰੂ ਘਰ ਵਿੱਚ ਆਓ, ਮਰਿਆਦਾ ਵੇਖੋ ਪਹਿਲਾਂ ਸਤਿਗੁਰਾਂ ਦੇ ਦਰ ਘਰ ਦੀ, ਸੰਗਤ ਵਿੱਚ ਬਹਿਣ ਉੱਠਣ ਦੀ। ਸਹਿਜੇ ਸਹਿਜੇ ਸੇਵਾ ਕਰਦਿਆਂ ਕਰਦਿਆਂ ਫਿਰ ਜਦੋਂ ਉਹਨਾਂ ਨੂੰ ਸਾਰੀ ਮਰਿਆਦਾ ਦਾ ਪਤਾ ਲੱਗ ਜਾਂਦਾ, ਫਿਰ ਉਹਨਾਂ ਨੂੰ ਖੰਡੇ ਦੀ ਪੋਲ ਛਕਾਈ ਜਾਂਦੀ ਸੀ। ਹੁਣ ਅੱਜ ਕੱਲ ਤਾਂ ਅਸੀਂ ਗਿਣਤੀ ਵਧਾਉਣ ਵਿੱਚ ਲੱਗੇ ਹੋਏ ਹਾਂ ਵੀ ਚਲੋ ਜਿੰਨੇ ਵੱਧ ਗਿਣਤੀ ਛਕ ਜਾਣ ਚੰਗੀ ਗੱਲ ਹੈ। ਖਾਲਸਾ ਜੀ, ਗਿਣਤੀ ਨਹੀਂ ਵਧਾਉਣ ਦੀ ਲੋੜ। ਜਿਹੜੇ ਅੰਮ੍ਰਿਤ ਛਕਣ ਦੀ ਇੱਛਾ ਰੱਖਦੇ ਆ, ਪਹਿਲਾਂ ਉਹਨਾਂ ਨੂੰ ਸੰਗਤ ਕਰਨ ਵਾਸਤੇ ਪ੍ਰੇਰੀਏ, ਸੇਵਾ ਵਾਲੇ ਪਾਸੇ ਲਾਈਏ ਵੀ ਸੇਵਾ 'ਚ ਲੱਗੋ, ਸੰਗਤ ਕਰੋ, ਫਿਰ ਉਹ ਪੱਕੇ ਹੋ ਜਾਂਦੇ ਆ। ਤੋ ਇੱਥੇ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ 9 ਪ੍ਰਕਾਰ ਦੀ ਭਗਤੀ ਚੋਂ ਸਭ ਤੋਂ ਪਹਿਲੀ ਭਗਤੀ ਇਹ ਕਹੀ ਹੈ ਵੀ ਸੰਗਤ ਕਰਨੀ, ਸੰਗਤ ਦੀ ਸੇਵਾ ਕਰਨੀ, ਕਥਾ ਕੀਰਤਨ ਸੁਣਨਾ। ਇਹ ਸਭ ਤੋਂ ਪਹਿਲੀ ਭਗਤੀ ਹੈ, ਪ੍ਰਥਮ ਭਗਤੀ। ਇਹ ਹਰ ਇੱਕ ਮਾਈ ਭਾਈ ਨੂੰ ਕਰਨੀ ਜ਼ਰੂਰੀ ਹੈ। ਰਹਿਤਨਾਮਿਆਂ ਦੇ ਬਚਨ ਨੇ, ਗੁਰੂ ਕਾ ਸਿੱਖ 2 ਵਕਤ ਗੁਰੂ ਕੀ ਸੰਗਤ ਕਰੇ। ਰਹਿਤਨਾਮਿਆਂ ਦੇ ਬਚਨਾਂ 'ਚ ਗੁਰੂ ਕਾ ਸਿੱਖ 2 ਵਕਤ ਗੁਰੂ ਕੀ ਸੰਗਤ ਕਰੇ, ਕਥਾ ਸੁਣੇ, ਕੀਰਤਨ ਸੁਣੇ।
ਇਹ ਮਰਿਆਦਾ ਹੈ, ਇਹ ਭਗਤੀ ਹੈ। ਗੁਰੂ ਖਾਲਸਾ ਜੀ ਜਦੋਂ ਸੰਗਤ ਵਿੱਚ ਆ ਕੇ ਕੋਈ ਕਥਾ ਕੀਰਤਨ ਸੁਣਨ ਲੱਗ ਪਵੇ, ਉਹਨੂੰ ਫਿਰ ਰਸ ਆਉਣ ਲੱਗ ਪੈਂਦਾ ਹੈ, ਫਿਰ ਉਹ ਛੱਡ ਨਹੀਂ ਸਕਦਾ। ਉਹਨੇ ਆਪਣਾ ਨੇਮ ਬਣਾ ਲੈਣਾ ਹੁੰਦਾ ਵੀ ਆਉਣਾ ਹੀ ਆਉਣਾ, ਕਥਾ ਸੁਣਨੀ ਹੈ, ਕੀਰਤਨ ਸੁਣਨਾ, ਇਹ ਮਰਿਆਦਾ ਬਣ ਜਾਂਦੀ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਭਗਤੀ ਹੈ 9 ਪ੍ਰਕਾਰ ਦੀ ਭਗਤੀ ਚ ਕੋਈ ਇੱਕ ਵੀ ਭਗਤੀ ਕਮਾ ਲਵੇ ਤਾਂ ਵੀ ਉਹਦੀ ਬੰਦ ਖਲਾਸੀ ਹੋ ਜਾਂਦੀ ਹੈ। ਤੇ 9 ਪ੍ਰਕਾਰ ਦੀ ਭਗਤੀ ਚੋਂ ਸਭ ਤੋਂ ਪਹਿਲੀ ਭਗਤੀ ਹੈ ਸਰਵਣ ਭਗਤੀ। ਸੰਗਤ ਵਿੱਚ ਆ ਕੇ ਕਥਾ ਸੁਣਨੀ ਹੈ, ਕੀਰਤਨ ਸੁਣਨਾ, ਸੰਗਤ ਦੀ ਸੇਵਾ ਕਰਨੀ ਹੈ। ਸਤ ਸੰਗਤ ਨੂੰ ਸਰੇਵਣ ਦਾ ਇੱਥੇ ਮਤਲਬ ਹੁੰਦਾ ਵੀ ਸੇਵਾ ਵੀ ਕਰਨੀ ਹੈ ਸੰਗਤ ਦੀ। ਭਾਈ ਮਰਦਾਨਾ ਜੀ ਇਹ ਪਹਿਲੀ ਭਗਤੀ ਹੈ। ਹਰ ਗੁਰ ਕੋ ਇਤਿਹਾਸ ਸੁਨੀਜੈ, ਮਨ ਏਕਾਗਰ ਲਾਵੇ। ਸੰਗਤ ਦੀ ਸੇਵਾ ਕਰਕੇ ਫਿਰ ਹਰੀ ਦਾ ਕੀਰਤਨ ਸੁਣਨਾ, ਹਰੀ ਦੀ ਕਥਾ ਸੁਣਨੀ, ਮਨ ਨੂੰ ਇਕਾਗਰ ਕਰਨਾ, ਇਹ ਸਰਵਣ ਭਗਤੀ ਦੂਜੀ ਭਗਤੀ ਹੈ ਕਿ ਮਨ ਨੂੰ ਇਕਾਗਰ ਕਰਕੇ ਸਤ ਸੰਗਤ ਵਿੱਚ ਕਥਾ ਸੁਣਨੀ। ਮਨ ਇਕਾਗਰ ਕਰਨ ਵਾਸਤੇ ਕਥਾ ਸੁਣਨੀ। ਜਿਵੇਂ ਜਿਵੇਂ ਕਥਾ ਸੁਣਾਂਗੇ ਤਿਵੇਂ ਤਿਵੇਂ ਮਨ ਇਕਾਗਰ ਹੁੰਦਾ ਚਲਾ ਜਾਏਗਾ। ਇਕਾਗਰਤਾ ਜਿਵੇਂ ਜਿਵੇਂ ਬਣਦੀ ਜਾਏਗੀ ਤਿਵੇਂ ਤਿਵੇਂ ਰਸ ਆਈ ਜਾਏਗਾ। ਜੇ ਇਕਾਗਰਤਾ ਨਹੀਂ ਬਣੇਗੀ ਤਾਂ ਰਸ ਨਹੀਂ ਆਉਣਾ। ਮਹਾਰਾਜ ਜੀ ਕਹਿੰਦੇ ਕਥਾ ਸੁਣਨੀ ਹੈ, ਕਥਾ ਸੁਣ ਕੇ ਆਪਣਾ ਮਨ ਇਕਾਗਰ ਕਰਨਾ ਹੈ, ਇਹ ਦੂਸਰੀ ਭਗਤੀ ਹੈ। ਪਦ ਅਰਬਿੰਦ ਮਲਿੰਦ ਕਰੇ ਮਨ, ਗੁਰਮੂਰਤ ਔਰ ਧਿਆਨਾ। ਫਿਰ ਤੀਸਰੀ ਭਗਤੀ ਇਹ ਹੈ ਕਿ ਪਾਦ ਸੇਵਨ ਭਗਤੀ ਇਹਨੂੰ ਕਹਿੰਦੇ ਹੈ ਕਿ ਸਤਿਗੁਰਾਂ ਦੇ ਚਰਨਾਂ ਨੂੰ ਕਮਲ ਜਾਣ ਕੇ ਆਪਣੇ ਮਨ ਨੂੰ ਚਰਨ ਕਮਲਾਂ ਦਾ ਭੌਰਾ ਬਣਾ ਕੇ ਰੱਖੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਦੇ ਚਰਨ ਕਮਲ ਨੇ ਔਰ ਆਪਣਾ ਮਨ ਭੌਰਾ ਬਣਾ ਕੇ। ਹੁਣ ਭੌਰਾ ਸਾਰਾ ਦਿਨ ਕਮਲ ਦੇ ਫੁੱਲ ਤੇ ਰਹਿੰਦਾ, ਉਹਨੂੰ ਛੱਡ ਕੇ ਸੱਜੇ ਖੱਬੇ ਨਹੀਂ ਜਾਂਦਾ। ਏਦਾਂ ਗੁਰੂ ਸਾਹਿਬ ਦੇ ਚਰਨ ਕਮਲ ਬਣ ਜਾਣ ਔਰ ਗੁਰੂ ਕੇ ਸਿੱਖ ਦਾ ਮਨ ਭਵਰਾ ਬਣ ਜਾਏ ਔਰ ਭੌਰਾ ਬਣ ਕੇ ਗੁਰੂ ਕੀ ਮੂਰਤ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖੇ। ਗੁਰਮੂਰਤ ਔਰ ਧਿਆਨਾ, ਗੁਰੂ ਦੀ ਮੂਰਤ ਦਾ ਹਿਰਦੇ 'ਚ ਧਿਆਨ ਕਰੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਜਦੋਂ ਅਸੀਸ ਬਖਸ਼ਦੇ ਆ, ਮਹਾਰਾਜ ਜੀ ਕਹਿੰਦੇ ਭਵਰ ਤੁਮਾਰਾ ਇਹੋ ਮਨ ਹੋਵੇ, ਤੇਰਾ ਇਹ ਮਨ ਭਵਰਾ ਹੋ ਜਾਏ ਤੇ ਹਰ ਚਰਨਾ ਹੋਏ ਕੌਲਾ। ਤੇ ਗੁਰੂ ਸਾਹਿਬ ਦੇ ਜਿਹੜੇ ਚਰਨ ਨੇ ਉਹ ਕਮਲ ਦਾ ਫੁੱਲ ਬਣ ਜਾਣ ਔਰ ਤੇਰਾ ਮਨ ਗੁਰੂ ਦੇ ਚਰਨ ਕਮਲਾਂ ਦੇ ਨਾਲ ਜੁੜਿਆ ਰਹੇ, ਜੁੜਿਆ ਰਹੇ। ਇਹਨੂੰ ਪਾਦ ਸੇਵਨ ਭਗਤੀ ਕਹਿੰਦੇ। ਤੀਸਰੀ ਭਗਤੀ ਹੈ। ਇਹ 3 ਪ੍ਰਕਾਰ ਤੇ ਪਹਿਲੇ 2 ਦੱਸ ਦਿੱਤੀਆਂ ਨੇ, ਸੰਗਤ ਦੀ ਸੇਵਾ ਕਰਨੀ, ਦੂਜੀ ਕੀਰਤਨ ਭਗਤੀ, ਕਥਾ ਸੁਣਨੀ, ਕੀਰਤਨ ਸੁਣਨਾ। ਤੀਸਰੀ ਇਹ ਭਗਤੀ ਹੈ ਕਿ ਗੁਰੂ ਦੇ ਚਰਨ ਕਮਲਾਂ ਦਾ ਭੌਰਾ ਬਣਾ ਲੈਣਾ ਆਪਣੇ ਮਨ ਨੂੰ, ਸਾਹਿਬ ਦੇ ਚਰਨਾਂ ਨੂੰ ਆਪਣੇ ਹਿਰਦੇ 'ਚ ਵਸਾ ਕੇ, ਗੁਰੂ ਕੀ ਮੂਰਤ ਨੂੰ ਹਿਰਦੇ 'ਚ ਵਸਾ ਕੇ ਉਹਦੇ ਨਾਲ ਧਿਆਨ ਜੋੜਨਾ। ਪ੍ਰੇਮ ਸਹਿਤ ਗੁਣ ਗਾਵੇ ਮੁਖ ਸੋਂ, ਪੁਲ ਕਾਵਲ ਤਨ ਆਨਾ। ਫਿਰ ਚੌਥੀ ਭਗਤੀ ਹੈ ਪ੍ਰੇਮ ਦੇ ਸਹਿਤ ਆਪਣੇ ਮਾਲਕ ਦੀ ਕੀਰਤੀ ਗਾਇਨ ਕਰਨੀ। ਪ੍ਰੇਮ ਸਹਿਤ ਗਾਵਹਿ ਮੁਖ ਸੋ, ਪਰਮੇਸ਼ਰ ਦੇ ਗੁਣ ਗਾਉਣੇ, ਜਿਹਨੂੰ ਆਪਾਂ ਕੀਰਤਨ ਕਰਨਾ ਕਹਿੰਦੇ ਆ। ਗੁਰਬਾਣੀ ਪੜ੍ਹਦੇ ਆ ਨਾ, ਇਹ ਵੀ ਕੀਰਤਨ ਹੈ। ਪਰਮੇਸ਼ਰ ਦੇ ਗੁਣ ਗਾਇਨ ਕਰਨੇ, ਵਾਹਿਗੁਰੂ ਵਾਹਿਗੁਰੂ, ਇਹ ਵੀ ਤਾਂ ਗੁਣ ਗਾਨ ਹੀ ਹੈ ਨਾ। ਵਾਹਿਗੁਰੂ 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 ਵਾਹਿਗੁਰੂ। ਜੋ ਪਰਮੇਸ਼ਰ ਦੇ ਪ੍ਰੇਮ ਸਹਿਤ ਗੁਣ ਗਾਉਣੇ ਹੈ ਔਰ ਗੁਣਾਂ ਨੂੰ ਗਾਇਨ ਕਰਦਿਆਂ ਸਰੀਰ ਦੇ ਰੋਮ ਪੁਲਕਾਵਲ, ਪੁਲਕ ਜਾਣ, ਖੇੜੇ ਵਿੱਚ ਆ ਜਾਣ, ਲੂੰ ਖਿੜ ਜਾਣ। ਕਹਿੰਦੇ ਇਸ ਤਰ੍ਹਾਂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨਾ, ਇਹ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨਾ, ਇਹ ਚੌਥੀ ਪ੍ਰਕਾਰ ਦੀ ਭਗਤੀ ਹੈ। ਦਮ ਸਮ ਪਾਪ ਬਿਰਕਤ ਕਰ ਮਨ ਤੇ, ਸੁਰਗ ਆਦਿਕ ਤਜ ਚਾਹ। ਫਿਰ ਪੰਜਵੀਂ ਭਗਤੀ ਹੈ ਕਿ ਆਪਣੀਆਂ ਇੰਦਰੀਆਂ ਤੇ ਆਪਣੇ ਮਨ ਨੂੰ ਕਾਬੂ ਕਰਨਾ। ਦਮ ਕਹਿੰਦੇ ਨੇ ਇੰਦਰੇ ਰੋਕਣੇ,
ਆ ਜਿਹੜੀਆਂ ਸਾਡੇ ਗਿਆਨ ਇੰਦਰੇ ਨੇ, ਅੱਖਾਂ, ਨਾਸਕਾ, ਕੰਨ, ਚਮੜੀ, ਰਸਨਾ, ਇਹਨਾਂ ਗਿਆਨ ਇੰਦਰੀਆਂ ਤੇ ਕਾਬੂ ਪਾਉਣਾ, ਅੱਖਾਂ ਤੇ ਕਾਬੂ ਕਰਨਾ, ਕੰਨਾਂ ਤੇ ਕਾਬੂ ਕਰਨਾ, ਜ਼ੁਬਾਨ ਤੇ, ਚਮੜੀ ਤੇ, ਨਾਸਕਾ ਤੇ, ਇਹਨੂੰ ਕਹਿੰਦੇ ਆ ਦਮ। ਦੂਸਰਾ ਹੈ ਸਮ। ਸਮ ਕਹਿੰਦੇ ਆ ਮਨ ਨੂੰ ਰੋਕਣਾ, ਤੇ ਇਕੱਠਾ ਬੋਲਣਾ ਹੋਵੇ ਆਪਾਂ ਕਹਿ ਦਿੰਦੇ ਆ ਸਮ ਦਮ। ਇੰਦਰੀਆਂ ਰੋਕਣੀਆਂ, ਫਿਰ ਮਨ ਨੂੰ ਰੋਕਣਾ, ਕਿਉਂਕਿ ਇੰਦਰੀਆਂ ਦੀ ਸਾਧਨਾ ਵੀ ਹੈ ਪਹਿਲਾਂ, ਕਿਉਂਕਿ ਮਨ ਨੇ ਇੰਦਰੀਆਂ ਤੇ ਸਵਾਰ ਹੋ ਕੇ ਨੱਠਣਾ। ਮਨ ਨੂੰ ਭੱਜਣ ਵਾਸਤੇ ਤਾਂ ਇੰਦਰੀਆਂ ਚਾਹੀਦੀਆਂ ਨੇ। ਜੇ ਅੱਖਾਂ ਨਾਲ ਅਸੀਂ ਕੁਝ ਵੇਖ ਰਹੇ ਹਾਂ, ਮਨ ਵਿਚਲਿਤ ਹੋ ਰਿਹਾ ਕੁਝ ਵੇਖ ਕੇ, ਤਾਂ ਆਪਣੇ ਨੇਤਰ ਨੀਵੇਂ ਕਰ ਲੈਣੇ ਚਾਹੀਦੇ ਆ, ਨੇਤਰਾਂ ਤੇ ਦਮਨ ਹੋ ਗਿਆ। ਕੰਨਾਂ ਨਾਲ ਕੁਝ ਐਸਾ ਸੁਣ ਰਹੇ ਆ ਜਿਸ ਨੂੰ ਸੁਣ ਕੇ ਮਨ ਵਿਕਾਰੀ ਹੁੰਦਾ, ਜਾਂ ਮਨ ਵਿੱਚ ਕਿਸੇ ਪ੍ਰਕਾਰ ਦੇ ਮੰਦ ਭਾਵ ਪੈਦਾ ਹੁੰਦੇ ਆ, ਤਾਂ ਉਹਨੂੰ ਸੁਣਨ ਤੋਂ ਕੰਨਾਂ ਨੂੰ ਰੋਕ ਸਕਦੇ, ਉੱਥੋਂ ਉੱਠ ਕੇ ਪਾਸੇ ਚਲੇ ਜਾਓ, ਸੁਣੋ ਹੀ ਨਾ। ਰਸਨਾ ਨਾਲ ਕੁਝ ਐਸਾ ਖਾ ਕੇ, ਚੱਖ ਕੇ, ਜਿਹਦੇ ਨਾਲ ਮਨ ਵਿਕਾਰੀ ਹੋ ਰਿਹਾ, ਮਨ ਵਿਚਲਿਤ ਹੋ ਰਿਹਾ, ਤਾਂ ਉਸ ਨੂੰ ਤਿਆਗ ਕੇ ਆਪਣੀ ਰਸਨਾ ਤੇ ਕਾਬੂ ਕੀਤਾ ਜਾ ਸਕਦਾ। ਨਾਸਕਾ ਨਾਲ ਕੁਝ ਐਸਾ ਲੈ ਕੇ ਗੰਧ ਨੂੰ ਮਨ ਵਿਚਲਿਤ ਹੋ ਰਿਹਾ, ਤਾਂ ਨੱਕ ਤੇ ਵੀ ਤਾਂ ਕਾਬੂ ਕੀਤਾ ਜਾ ਸਕਦਾ ਨਾ। ਇਹਨੂੰ ਇੰਦਰੀਆਂ ਦਾ ਦਮਨ ਕਹਿੰਦੇ ਆ। ਪਹਿਲਾਂ ਸ਼ੁਰੂਆਤ ਤੁਸੀਂ ਇੰਦਰੀਆਂ ਤੋਂ ਹੀ ਕਰੋਗੇ ਤਾਂ ਹੀ ਮਨ ਤੱਕ ਪਹੁੰਚੋਗੇ ਨਾ। ਆਪਾਂ ਸਿੱਧਾ ਮਨ ਕਾਬੂ ਕਰਨਾ ਚਾਹੁੰਦੇ ਆ। ਮਨ ਤੱਕ ਜਾਣ ਵਾਸਤੇ ਪਹਿਲਾਂ ਇੰਦਰੀਆਂ ਦੇ ਉੱਤੇ ਪਹਿਲਾਂ ਕਾਬੂ ਕਰਨਾ ਪੈਣਾ, ਬਾਹਰੋਂ ਫਿਰ ਅੰਦਰ ਜਾਵਾਂਗੇ। ਇਹਨੂੰ ਕਹਿੰਦੇ ਆ ਇੰਦਰੀਆਂ ਦਾ ਦਮਨ ਕਰਨਾ। ਅੱਖਾਂ ਨਾਲ ਸਭ ਤੋਂ ਵੱਧ ਬਿਰਤੀ ਜਿਹੜੀ ਹੈ, ਅੱਖਾਂ ਨਾਲ ਮਨ ਦੀ ਬਿਰਤੀ ਚੰਚਲ ਹੁੰਦੀ ਹੈ। ਜਦੋਂ ਨੇਤਰਾਂ ਤੇ ਕਾਬੂ ਹੋ ਜਾਏ, ਨੇਤਰ ਨੀਵੇਂ ਰੱਖਦੇ ਆ ਕਈ ਮਹਾਂਪੁਰਸ਼, ਅੱਖਾਂ ਹੀ ਨਹੀਂ ਚੱਕਦੇ, ਉਹ ਆਪਣੇ ਨੇਤਰ ਨੀਵੇਂ ਕਰਕੇ ਰੱਖਦੇ। ਸਾਧਨਾ ਹੈ ਇਹ ਵੀ ਇੱਕ ਪ੍ਰਕਾਰ ਦੀ। ਤੋ ਏਦਾਂ ਇੰਦਰੀਆਂ ਦਾ ਦਮਨ ਕਰਨਾ, ਫਿਰ ਮਨ ਦਾ ਦਮਨ ਕਰਨਾ, ਇਹਨੂੰ ਕਹਿੰਦੇ ਦਮ ਸਮ। ਭਾਵ ਵਿਰਕਤ ਕਰਮਨ ਤੇ ਸੁਰਗਾਦਿਕ ਤਜ ਚਾਹਾ। ਸੰਸਾਰ ਵੱਲੋਂ ਵਿਰਕਤ ਹੋ ਜਾਏ ਔਰ ਸਵਰਗ ਆਦਿਕ ਦੀ ਵੀ ਇੱਛਾ ਤੇ ਚਾਹਨਾ ਮਨ ਚ ਨਾ ਰਹੇ, ਇਹ ਹੈ ਪੰਜਵੀਂ ਪ੍ਰਕਾਰ ਦੀ ਭਗਤੀ। ਇੰਦਰੀਆਂ ਕਾਬੂ ਕਰਨੀਆਂ, ਮਨ ਕਾਬੂ ਕਰਨਾ, ਤੇ ਸਵਰਗ ਦੀ ਵੀ ਇੱਛਾ ਨਾ ਰੱਖਣੀ, ਯਾਨੀ ਕਿ ਕੋਈ ਚਾਹਨਾ ਹੋਣੀ ਨਹੀਂ ਮਨ ਚ। ਇਹ ਪੰਜਵੀਂ ਪ੍ਰਕਾਰ ਦੀ ਭਗਤੀ ਹੈ। ਪਰ ਕੇ ਦੋਖ ਨ ਚੀਨਤ ਮਨ ਮੈਂ, ਹਾਨ ਲਾਭ ਸਮਤਾਹਾ। ਛੇਵੀਂ ਭਗਤੀ ਇਹ ਹੈ ਕਿ ਕਿਸੇ ਦੂਸਰੇ ਦੇ ਦੋਸ਼ਾਂ ਨੂੰ ਮਨ ਚ ਗਿਣਨਾ ਹੀ ਨਹੀਂ, ਪਰਾਏ ਦੇ ਦੋਸ਼ ਵੇਖਣੇ ਹੀ ਨਹੀਂ ਮਨ ਚ। ਨਾ ਹਾਨੀ ਤੇ ਨਾ ਲਾਭ, ਹਾਨੀ ਤੇ ਲਾਭ ਦੋਨਾਂ ਵਿੱਚ ਇੱਕ ਸਮਾਨ ਬਿਰਤੀ ਰੱਖਣੀ। ਸਾਡਾ ਨੁਕਸਾਨ ਹੋਵੇ ਸਾਨੂੰ ਦੁੱਖ ਹੁੰਦਾ, ਲਾਭ ਹੋਵੇ ਖੁਸ਼ੀ ਹੁੰਦੀ ਹੈ। ਇੱਕ ਭਗਤੀ ਐਸੀ ਵੀ ਹੈ ਜਿੱਥੇ ਹਾਨੀ ਤੇ ਲਾਭ ਦੋਨਾਂ ਵਿੱਚ ਇੱਕ ਸਮਾਨ ਬਿਰਤੀ ਬਣੀ ਰਹਿੰਦੀ ਹੈ। ਆਏ ਦੀ ਖੁਸ਼ੀ ਨਹੀਂ ਤੇ ਗਏ ਦਾ ਗਮ ਨਹੀਂ, ਇਹ ਵੀ ਬਿਰਤੀ ਹੈ। ਕਹਿੰਦੇ ਏਦਾਂ ਦੀ ਬਿਰਤੀ 'ਚ ਟਿਕ ਜਾਣਾ, ਲਾਭ ਤੇ ਹਾਨੀ 'ਚ ਇੱਕ ਸਮਾਨ ਬਿਰਤੀ ਰੱਖ ਕੇ ਕਿਸੇ ਪਰਾਏ ਦੇ ਦੋਸ਼ ਨਾ ਵੇਖਣੇ, ਇਹਨੂੰ ਖਾਲਸਾ ਜੀ ਭਗਤੀ ਕਹਿੰਦੇ। ਛੇਵੀਂ ਭਗਤੀ ਹੈ। ਛਲ ਬਹੀਨ ਸਭ ਹੀ ਤੇ ਹੋਵਨ, ਹਰਖ ਸ਼ੋਗ ਨੇ ਆਵੇ। ਛਲ ਤੋਂ ਚੰਚਲ, ਇਹ ਸਤਵੀਂ ਭਗਤੀ ਹੈ ਵੀ ਕਿਸੇ ਨਾਲ ਛਲ ਨਹੀਂ ਕਰਨਾ। ਕਪਟ ਜਿਹਨੂੰ ਆਪਾਂ ਕਹਿੰਦੇ ਠੱਗੀ ਕਰਨੀ, ਛਲ ਕਰਕੇ ਕਿਸੇ ਨਾਲ ਠੱਗੀ ਨਹੀਂ ਕਰਨੀ। ਛਲ ਤੋਂ ਵਿਹੂਣਾ, ਨਿਰਛਲ ਹੋ ਜਾਣਾ, ਭਗਤ ਧੰਨਾ ਜੀ ਵਾਂਗੂ। ਜੇ ਤਰਲੋਚਨ ਨਾਮ ਦੇ ਇੱਕ ਬਾਹਮਣ ਨੇ ਕਹਿ ਦਿੱਤਾ ਵੀ ਆਹ ਲੈ ਪੱਥਰ ਸਾਲਗ੍ਰਾਮ ਹੈ, ਤੇ ਉਹ ਹੀ ਲੈ ਗਏ, ਰੱਬ ਰੱਬ ਕਰਨ ਲੱਗ ਪਏ ਉਹਨੂੰ ਲਿਜਾ ਕੇ। ਯਾਨੀ ਕਿ ਬਿਲਕੁਲ ਨਿਰਛਲ ਹੋ ਜਾਏ, ਜਿਹੜੇ ਅੰਦਰ ਜਿਵੇਂ ਬਾਲਕ ਹੁੰਦਾ ਨਾ ਨਿਰਛਲ ਬੱਚਾ, ਉਹਦੇ ਵਾਂਗੂ ਬਿਰਤੀ ਹੋ ਜਾਏ। ਇਹ ਵੀ ਭਗਤੀ ਸਤਵੀਂ ਭਗਤੀ ਹੈ, ਜਿਹਨੂੰ ਮਹਾਰਾਜ ਜੀ ਨੇ ਕਿਹਾ ਧੰਨਾ ਪਾਇਆ ਬਾਲ ਬੁੱਧ। ਉਹ ਜਿਹੜੀ ਬਾਲ ਬੁੱਧੀ ਹੈ, ਨਿਰਛਲ ਨਿਸ਼ਕਪਟ ਬਿਰਤੀ, ਉਦਾਂ ਦੀ ਬਿਰਤੀ ਹੋ ਜਾਣੀ। ਹੋਵਨ ਹਰਖ ਸੋਗ ਨਹਿ ਆਵੈ, ਨਾ ਹਰਖ ਦਾ ਪਤਾ ਨਾ ਸ਼ੋਕ ਦਾ ਪਤਾ।
ਦੋਨਾਂ ਵਿੱਚ ਇੱਕ ਸਮਾਨ ਬਿਰਤੀ ਰੱਖਣੀ ਹੈ, ਸਤਵੀਂ ਭਗਤੀ ਹੈ। ਦ੍ਰਿੜ ਨਿਸ਼ਚਾ ਕਰਤਾਰ ਵਿਖੇ ਅਤ ਡੋਲ ਨ ਕਬਹੂ ਜਾਵੇ। ਅੱਠਵੀਂ ਭਗਤੀ ਹੈ ਕਿ ਆਪਣਾ ਨਿਸ਼ਚਾ ਉਸ ਪ੍ਰਮਾਤਮਾ ਤੇ ਦ੍ਰਿੜ ਕਰਕੇ ਪੱਕਾ ਕਰਕੇ ਰੱਖਣਾ। ਆਪਣਾ ਨਿਸ਼ਚਾ ਕਦੇ ਉਸ ਵਾਹਿਗੁਰੂ ਤੋਂ ਡੋਲਣ ਨਹੀਂ ਦੇਣਾ, ਡਾਵਾਡੋਲ ਨਹੀਂ ਹੋਣ ਦੇਣਾ। ਅਡੋਲ ਨਿਸ਼ਚਾ ਰੱਖਣਾ ਪਰਮੇਸ਼ਰ ਤੇ, ਅਕਾਲ ਪੁਰਖ ਦੇ ਉੱਤੇ ਦ੍ਰਿੜ ਨਿਸ਼ਚਾ ਰੱਖ ਕੇ ਉਹਦੀ ਭਗਤੀ ਕਰਨੀ ਹੈ। ਅੱਠਵੀਂ ਭਗਤੀ ਹੈ। ਹਰ ਸਰੂਪ ਸਭ ਹੂੰ ਕੋ ਜਾਣੇ ਰਵਿਓ ਸਭ ਕੇ ਮਾਹੀ। ਨੌਵੀਂ ਭਗਤੀ ਹੈ ਕਿ ਸਭ ਨੂੰ ਹਰੀ ਦਾ ਸਰੂਪ ਕਰਕੇ ਜਾਣਨਾ, ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਨੂੰ ਹਰੀ ਦਾ ਸਰੂਪ ਕਰਕੇ ਜਾਣਨਾ, ਵੇਖਣਾ ਕਿ ਸਾਰਿਆਂ ਵਿੱਚ ਵਾਹਿਗੁਰੂ ਰਮਿਆ ਹੋਇਆ, ਸਭ ਦੇ ਵਿੱਚ ਉਹ ਰਹਿ ਰਿਹਾ ਹੈ। ਇਹ ਵਿਦ ਹੈ ਸੂਛਮ ਕਰ ਵਰਨੀ ਏਕ ਪ੍ਰਾਪਤ ਜਾਈ। ਇਹ ਨੌਵੀਂ ਭਗਤੀ ਮਹਾਰਾਜ ਜੀ ਕਹਿੰਦੇ ਸੂਖਮ ਰੂਪ ਚ ਵਰਣਨ ਕਰਕੇ ਦੱਸੀ ਆ 9 ਪ੍ਰਕਾਰ ਦੀ ਭਗਤੀ। ਵਿਸਥਾਰ ਹੋਰ ਵੀ ਬਹੁਤ ਹੈ ਇਹਦਾ, ਪਰ ਤੁਹਾਨੂੰ ਸੰਖੇਪ ਜਿਹਾ ਦੱਸਿਆ ਭਾਈ ਮਰਦਾਨਾ ਜੀ। ਇਸ 9 ਪ੍ਰਕਾਰ ਦੀ ਭਗਤੀ ਚੋਂ ਜੇ ਕਿਸੇ ਨੂੰ ਇੱਕ ਵੀ ਮਿਲ ਜੇ, ਇੱਕ ਵੀ, ਇਹ 9 ਤਰ੍ਹਾਂ ਦੀ ਭਗਤੀ ਹੈ, ਇਹਦੇ ਚੋਂ ਕੋਈ ਇੱਕ ਵੀ ਕਰ ਲਵੇ, ਕਿਸੇ ਨੂੰ ਇੱਕ ਤਰ੍ਹਾਂ ਦੀ ਭਗਤੀ ਵੀ ਪ੍ਰਾਪਤ ਹੋ ਜਾਵੇ। ਕੁੱਲ ਸਮੇਤ ਤਰ ਹੈ ਪਵ ਸਾਗਰ ਔਰ ਤਰੇ ਤੇ ਸੰਗਾ। ਕਹਿੰਦੇ ਇੱਕ ਵੀ ਭਗਤੀ ਜਿਹਨੂੰ ਮਿਲ ਗਈ ਉਹ ਆਪ ਤਾਂ ਤਰੇਗਾ, ਆਪਣੀਆਂ ਕੁੱਲਾਂ ਦੇ ਸਮੇਤ ਆਪਣੇ ਸੰਗੀਆਂ ਨੂੰ ਵੀ ਤਾਰ ਲਵੇਗਾ। ਇਹੋ ਜੀ ਭਗਤੀ ਹੈ। 9 ਪ੍ਰਕਾਰ ਦੀ ਭਗਤੀ ਚੋਂ ਕਿਸੇ ਨੂੰ ਇੱਕ ਵੀ ਮਿਲ ਗਈ, ਉਹ ਆਪਣੇ ਸਮੇਤ ਆਪਣੀਆਂ ਕੁੱਲਾਂ ਵੀ ਤਾਰ ਲਵੇਗਾ ਔਰ ਉਹਦੇ ਨਾਲ ਉਹਦੇ ਸੰਗੀ ਵੀ ਤਰ ਜਾਣਗੇ। ਭਗਤ ਕਰਤ ਮਾਇਆ ਨੇ ਮੋਏ ਰਾਚੇ ਹਰ ਕੇ ਰੰਗਾ। ਭਗਤੀ ਕਰਦਿਆਂ ਮਾਇਆ ਨਹੀਂ ਮੁੰਦੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਭਾਈ ਪਾਰੋ ਜੀ ਜੁਲਕਾ ਪਰਮਹੰਸ ਗੁਰਸਿੱਖ ਆਏ। ਸਾਹਿਬ ਨੇ ਉਪਦੇਸ਼ ਦਿੱਤਾ ਕਿ ਮੁਕਤੀ ਦੇ 4 ਸਾਧਨ ਹਨ। ਪਹਿਲਾ ਹੈ ਗਿਆਨ, ਦੂਸਰਾ ਹੈ ਵਿਰਾਗ, ਤੀਸਰਾ ਹੈ ਵਿਵੇਕ ਤੇ ਚੌਥੀ ਹੈ ਭਗਤੀ। ਸਿੱਖਾਂ ਬੇਨਤੀ ਕੀਤੀ, ਮਹਾਰਾਜ ਚਾਰਾਂ ਵਿੱਚੋਂ ਪ੍ਰਬਲ ਕਿਹੜਾ ਹੈ? ਮਹਾਰਾਜ ਜੀ ਕਹਿੰਦੇ ਜਿਹੜੇ ਪਹਿਲੇ 3 ਨੇ ਉਹਨੇ ਨਰ ਰੂਪ, ਵਿਰਾਗ, ਗਿਆਨ ਤੇ ਵਿਵੇਕ, ਇਹ ਨਰ ਨੇ। ਮਾਇਆ ਇਸਤਰੀ ਹੈ, ਇਸਤਰੀ ਨਰ ਨੂੰ ਭਰਮਾ ਸਕਦੀ ਹੈ। ਇਸਤਰੀ ਜਿਹੜੀ ਹੈ ਉਹ ਨਰ ਨੂੰ ਭਰਮਾ ਸਕਦੀ ਹੈ। ਵੱਡੇ ਵੱਡੇ ਗਿਆਨੀ ਵੀ ਭਰਮ ਜਾਂਦੇ ਆ, ਮਾਇਆ ਭਰਮਾ ਲੈਂਦੀ ਹੈ ਨਾ। ਵੱਡੇ ਵੱਡੇ ਵਿਰਾਗੀ ਵੀ ਭਰਮ ਜਾਂਦੇ ਆ, ਮਾਇਆ ਭਰਮਾ ਲੈਂਦੀ ਹੈ। ਜਿਹੜੇ ਵਿਵੇਕੀ ਕਹਾਉਂਦੇ ਆ ਉਹ ਵੀ ਭਰਮ ਜਾਂਦੇ ਆ, ਮਾਇਆ ਭਰਮਾ ਲੈਂਦੀ ਹੈ, ਕਿਉਂਕਿ ਨਰ ਨੇ ਨਾ ਤਿੰਨੇ ਤੇ ਮਾਇਆ ਇਸਤਰੀ ਹੈ। ਜਿਹੜੀ ਭਗਤੀ ਹੈ ਇਸਤਰੀ ਹੈ। ਹੁਣ ਇਸਤਰੀ ਇਸਤਰੀ ਨੂੰ ਨਹੀਂ ਭਰਮਾ ਸਕਦੀ, ਇਸ ਕਰਕੇ ਕਦੇ ਇਹ ਨਹੀਂ ਸੁਣਿਆ ਕਿ ਪਰਮੇਸ਼ਰ ਦਾ ਕੋਈ ਭਗਤ ਭਰਮਿਆ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਗਤੀ ਕਰਨ ਵਾਲਾ ਭਗਤ ਨਹੀਂ ਕਦੇ ਕੋਈ ਭਰਮਿਆ। ਤੇ ਜੇ ਭਗਤ ਦੇ ਉੱਤੇ ਆਈ ਵੀ ਮਾਇਆ ਤਾਂ ਉਹਨੇ ਫੜ ਕੇ ਨੱਕੋਂ ਕੱਟੀ, ਕੰਨੋਂ ਕੱਟੀ, ਕੱਟ ਕੁੱਟ ਕੇ ਆਪਣੇ ਕੋਲੋਂ ਭਜਾ ਦਿੱਤੀ। ਮਹਾਰਾਜ ਭਗਤ ਕਬੀਰ ਜੀ ਵਰਗੇ ਮਹਾਂਪੁਰਸ਼ਾਂ ਨੇ। ਤੋ ਭਗਤੀ ਸ੍ਰੇਸ਼ਟ ਹੈ। ਭਗਤੀ ਤੋਂ ਬਾਅਦ ਫਿਰ ਜਿਹੜਾ ਗਿਆਨ ਉਤਪੰਨ ਹੁੰਦਾ ਹੈ ਉਹ ਸੰਪੰਨ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਜਿਹੜਾ ਗਿਆਨ ਹੈ ਉਹ ਖੁਸ਼ਕ ਗਿਆਨ ਨਹੀਂ, ਭਗਤੀ ਲਬਰੇਜ਼ ਗਿਆਨ ਹੈ। ਸਾਡੇ ਘਰ ਦੀ ਜਿਹੜੀ ਪਰੰਪਰਾ ਹੈ ਉਹ ਭਗਤੀ ਪਰੰਪਰਾ ਹੈ। ਸਾਨੂੰ ਕੋਈ ਪੁੱਛੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਪਰੰਪਰਾ ਕੀ ਹੈ? ਬਹੁਤ ਸਾਰੇ ਮਤ ਨੇ, ਸਾਰਿਆਂ ਮਤਾਂ ਮਤਾਂਤਰਾਂ ਦੀ ਆਪੋ ਆਪਣੀ ਪਰੰਪਰਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੀ ਪਰੰਪਰਾ ਕੀ ਹੈ? ਗੁਰੂ ਨਾਨਕ ਸਾਹਿਬ ਦੇ ਘਰ ਦੀ ਮੁੱਖ ਪਰੰਪਰਾ ਹੈ ਭਗਤੀ ਪਰੰਪਰਾ। ਇਹਦੇ ਤੇ ਸਭ ਕੁਝ ਟਿਕਿਆ ਹੋਇਆ। ਨਾਮ ਜਪੋ, ਭਜਨ ਕਰੋ, ਸੇਵਾ ਕਰੋ, ਸਿਮਰਨ ਕਰੋ, ਇਹ ਭਗਤੀ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਘਰ ਦੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ, ਮਰਦਾਨਿਆ
ਇਹਨਾਂ ਵਿੱਚੋਂ ਇੱਕ ਵੀ ਕਿਸੇ ਨੂੰ ਮਿਲ ਜੇ ਉਹਦੀ ਬੰਦ ਖਲਾਸੀ ਹੋ ਜਾਂਦੀ ਹੈ ਤੇ ਭਗਤ ਦੇ ਉੱਤੇ ਮਾਇਆ ਜਿਹੜੀ ਹੈ ਉਹ ਪ੍ਰਭਾਵ ਉਹਦੇ ਤੇ ਆਪਣਾ ਅਸਰ ਨਹੀਂ ਪਾਉਂਦੀ। ਚੂਲ ਕਾ ਚੰਦ ਮਰਦਾਨਾ ਸੁਨ ਕਰ ਤਬੇ ਪਦ ਪਰ ਧਾਰ ਲੀਲਾਰ ਅਲਾਵੇ। ਭਾਈ ਮਰਦਾਨੇ ਨੇ ਸਾਹਿਬ ਦੇ ਬਚਨ ਸੁਣੇ ਤੇ ਮਹਾਰਾਜ ਜੀ ਦੇ ਚਰਨਾਂ ਤੇ ਸੀਸ ਧਰਿਆ, ਨਮਸਕਾਰ ਕੀਤੀ। ਸਤ ਬਚਨ ਤੁਮ ਕਹਿਤ ਹੋ ਜੇ ਭਵ ਕੇ ਦੁਖਦਾਰ ਮਿਟਾਵੇ। ਮਹਾਰਾਜ ਜੀ ਤੁਸੀਂ ਜਿਹੜੇ ਬਚਨ ਕਹਿ ਰਹੇ ਹੋ ਬਿਲਕੁਲ ਸੱਚ ਕਹਿ ਰਹੇ ਹੋ। ਤੁਹਾਡੇ ਇਹਨਾਂ ਬਚਨਾਂ ਨੂੰ ਸੁਣ ਕੇ ਮੰਨ ਕੇ ਕਮਾ ਕੇ ਜੀਵ ਇਸ ਭਵ ਸਾਗਰ ਦੀ ਅੱਗ ਤੋਂ ਬਚ ਜਾਂਦਾ ਹੈ। ਇਸ ਅਗਨ ਸਾਗਰ ਤੋਂ ਜੀਵ ਦਾ ਪਾਰ ਉਤਾਰਾ ਹੋ ਜਾਂਦਾ, ਉਹ ਦੁੱਖਾਂ ਦੇ ਵਿੱਚ ਨਹੀਂ ਦਲਿਆ ਜਾਂਦਾ ਜਿਹੜੇ ਆਪ ਜੀ ਦੇ ਨਾ ਪਵਿੱਤਰ ਬਚਨਾਂ ਨੂੰ ਸੁਣਦੇ ਹਨ। ਦੁਆਇਆ ਚੰਦ ਇਤਨੇ ਮੇ ਲਾਲੋ ਤੇ ਆਵਾ ਇਹ ਬਿਦ ਕਯੋ ਸੁਨਾਈ। ਇੰਨੇ ਨੂੰ ਭਾਈ ਲਾਲੋ ਜੀ ਆਏ ਤੇ ਆ ਕੇ ਸਤਿਗੁਰਾਂ ਨੂੰ ਕਹਿਣ ਲੱਗੇ, ਅਚਵੋ ਅਸਨ ਚਲੋ ਸ਼੍ਰੀ ਨਾਨਕ ਦੁਖ ਕੁੰਜਰ ਮ੍ਰਿਗ ਰਾਈ। ਇਹ ਦੁੱਖਾਂ ਰੂਪੀ ਹਾਥੀ ਨੂੰ ਸ਼ੇਰ ਵਾਂਗੂ ਨਾਸ਼ ਕਰਨ ਵਾਲੇ ਸਤਿਗੁਰੂ ਜੀ ਚਲੋ ਚੱਲ ਕੇ ਚੌਂਕੇ 'ਚ ਪ੍ਰਸ਼ਾਦਾ ਛਕੋ। ਭਵ ਬੰਧਨ ਪਨੰਗ ਜੇ ਗਰ ਸੇ ਬੈਨ ਤੈ ਹੋ ਤਿਨ ਕੋ। ਮਹਾਰਾਜ ਜੀ ਜਿਹੜੇ ਭਾਵ ਬੰਧਨਾਂ ਦੇ ਜਿਹੜੇ ਸੰਸਾਰ ਦੇ ਬੰਧਨ ਸੱਪ ਵਾਂਗੂ ਜੀਵਾਂ ਨੂੰ ਗਰਸ ਰਹੇ ਨੇ ਉਹਨਾਂ ਵਾਸਤੇ ਤੁਹਾਡੇ ਬਚਨ ਕਰੁਣ ਦੇ ਸਮਾਨ ਹਨ। ਕਰ ਕਿਰਤਾਰਥ ਮੁਝ ਕਰੁਣਾ ਕਰ ਆਨਨ ਪਾਏ ਅਸਨ ਕੋ। ਮੈਨੂੰ ਕਿਰਤਾਰਥ ਕਰੋ ਭੋਜਨ ਆਪਣੇ ਮੁਖ 'ਚ ਪਾ ਕੇ। ਸੁਨ ਕਰ ਸ਼੍ਰੀ ਮੁਖ ਬਚਨਾ ਪਾਕੇ ਆਨੋ ਏਠਾਂ ਜਾਈ। ਸੁਣ ਕੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਲਾਲੋ ਏਦਾਂ ਕਰੋ ਪ੍ਰਸ਼ਾਦਾ ਇੱਥੇ ਹੀ ਲੈ ਆਓ ਜਿੱਥੇ ਬੈਠੇ ਆ। ਕਹਿ ਲਾਲੋ ਤੁਮਰੇ ਗਲ ਜੰਜੂ ਵਹਿਰ ਅਸਨ ਕਿਉਂ ਪਾਈ। ਲਾਲੋ ਹੁਣ ਜਾਣਦਾ ਸੀ ਵੀ ਜਿਹੜੀ ਬੇਦੀਆਂ ਦੀ ਮਰਿਆਦਾ ਹੁੰਦੀ ਵੀ ਉਹ ਜੰਜੂ ਪਾਉਂਦੇ ਹੁੰਦੇ ਆ। ਭਾਈ ਲਾਲੋ ਨੂੰ ਨਹੀਂ ਸੀ ਪਤਾ ਵੀ ਸਤਿਗੁਰੂ ਜੀ ਜਨੇਊ ਨਹੀਂ ਪਾਉਂਦੇ। ਉਹ ਤਾਂ ਜਨੇਊ ਪਾਣ ਵੇਲੇ ਉਦੋਂ ਕਹਿੰਦੇ ਵੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਾਟੇ ਦੇ ਬਾਰੇ ਪਤਾ ਨਹੀਂ। ਭਾਈ ਲਾਲੋ ਪਹਿਲੀ ਵਾਰੀ ਮਿਲਿਆ ਸੀ। ਕਹਿਣ ਲੱਗਾ ਮਹਾਰਾਜ ਜੀ ਵੀ ਜਿਹੜੇ ਬੇਦੀ ਆ ਉਹ ਤਾਂ ਜਨੇਊ ਪਾਉਂਦੇ ਹੁੰਦੇ ਆ ਤੇ ਜਿਹੜੇ ਜਨੇਊ ਪਾਉਂਦੇ ਆ ਉਹ ਚੌਂਕੇ 'ਚ ਬਹਿ ਕੇ ਪ੍ਰਸ਼ਾਦਾ ਛਕਦੇ ਆ, ਏਦਾਂ ਚੌਂਕੇ ਤੋਂ ਬਾਹਰ ਨਹੀਂ ਛਕਦੇ। ਉਹ ਚੌਂਕਾ ਪਹਿਲਾਂ ਗੋਬਰ ਨਾਲ ਮੈਂ ਲਿਪਿਆ ਮਹਾਰਾਜ ਜੀ, ਗਊ ਦੇ ਗੋਬਰ ਨਾਲ ਆਲੇ ਦੁਆਲੇ ਲਕੀਰ ਖਿੱਚ ਕੇ ਬੜੀ ਸੁਚਮਤਾ ਨਾਲ ਚੌਂਕਾ ਤਿਆਰ ਕੀਤਾ ਵੀ ਤੁਸੀਂ ਉੱਥੇ ਚੱਲ ਕੇ ਭੋਜਨ ਛਕੋ। ਚੌਂਕੇ ਅੰਦਰ ਚੱਲ ਕਰ ਜੀਵੋ ਉੱਤਮ ਜਨਮ ਤੁਮਾਰਾ। ਮਹਾਰਾਜ ਤੁਹਾਡਾ ਛਤਰੀਆਂ ਦਾ ਵਰਣ ਹੈ ਤੇ ਛਤਰੀ ਵਰਣ ਦੇ ਜਿਹੜੇ ਲੋਕ ਨੇ ਉਹ ਜਿਹੜੇ ਨੇ ਉਹ ਚੌਂਕੇ ਵਿੱਚ ਜਾ ਕੇ ਭੋਜਨ ਛਕਦੇ ਹਨ। ਜੇ ਏਠਾਂ ਮੰਗਵਾਵੋ ਸੁਆਮੀ ਸੰਸੇ ਖੋਏ ਹਮਾਰਾ। ਤੁਸੀਂ ਕਹਿੰਦੇ ਹੋ ਪ੍ਰਸ਼ਾਦਾ ਇੱਥੇ ਹੀ ਲੈ ਆਵਾਂ ਜਿੱਥੇ ਤੁਸੀਂ ਬੈਠੇ ਹੋ। ਮਹਾਰਾਜ ਜੀ ਇੱਥੇ ਮੰਗਾਉਣਾ ਤੇ ਪਹਿਲਾਂ ਮੇਰਾ ਸੰਸਾ ਨਿਵਾਰੋ। ਸ਼੍ਰੀ ਮੁਖ ਕਹਿਤ ਧਰਤ ਹੈ ਜਿਤਨੀ ਤਿਤਨੋ ਚੌਂਕਾ ਜਾਨੋ। ਪਾਤਸ਼ਾਹ ਕਹਿੰਦੇ ਭਾਈ ਲਾਲੋ ਇਹ ਜਿੰਨੀ ਧਰਤੀ ਹੈ ਨਾ ਇਹ ਸਾਰੀ ਧਰਤੀ ਚੌਂਕਾ ਹੈ ਤੇ ਇਹਦੇ 'ਚ ਜਿੰਨੇ ਜੀਵ ਜੰਤੂ ਨੇ ਸਭ ਖਾ ਰਹੇ ਨੇ। ਵੱਡਾ ਚੌਂਕਾ ਹੈ ਇਹ ਧਰਤੀ। ਇਹਦੇ 'ਚ ਕਿਤਨੇ ਜੀਵ ਜੰਤੂ ਨੇ ਜਿਹੜੇ ਸਾਰੇ ਖਾ ਰਹੇ ਨੇ ਧਰਤੀ ਤੇ। ਇਹ ਪ੍ਰਮਾਤਮਾ ਦਾ ਬਣਾਇਆ ਚੌਂਕਾ ਹੈ, ਅਕਾਲ ਪੁਰਖ ਦਾ ਬਣਾਇਆ ਚੌਂਕਾ ਹੈ ਇਹ ਸਾਰੀ ਧਰਤੀ। ਸੱਚ ਰਤੇ ਸੇ ਸੂਚੇ ਹੋਏ ਮਨ ਕੋ ਭਰਮ ਮਿਟਾਨੋ। ਜਿਹੜੇ ਸੱਚ 'ਚ ਰੰਗੇ ਹੁੰਦੇ ਆ ਨਾ ਉਹ ਸੁੱਚੇ ਹੋ ਜਾਂਦੇ ਆ ਭਾਈ ਲਾਲੋ। ਇਸ ਕਰਕੇ ਮਨ ਦਾ ਭਰਮ ਦੂਰ ਕਰ ਤੇ ਪ੍ਰਸ਼ਾਦਾ ਥਾਲ 'ਚ ਪਾ ਕੇ ਇੱਥੇ ਹੀ ਲੈ ਆ ਜਿੱਥੇ ਬੈਠੇ ਆ, ਕਿਉਂਕਿ ਜਿਹੜੇ ਸੱਚ 'ਚ ਰੱਤੇ ਜਾਂਦੇ ਉਹ ਸੁੱਚੇ ਹੋ ਜਾਂਦੇ ਆ ਭਾਈ ਲਾਲੋ। ਉਹਨਾਂ ਨੂੰ ਏਦਾਂ ਦੇ ਕਰਮ ਕਾਂਡਾਂ ਤੋਂ ਪ੍ਰਾਪਤਾ ਹੋ ਜਾਂਦੀ ਹੈ। हाँ पवित्रता तो रखनी चाहिए, साफ सफाई रखनी चाहिए, पर यह भरम नहीं होना चाहिए भी गऊ का गोबर लिया के पहला लेप करांगे फिर आले दुआले 4-4 इंच मिट्टी पुटांगे थल्लों उत्थे लकड़ियां धो के लिया के बालांगे। महाराज जी कहते भाई जिहड़े सच विच रत्ते जांदे आ वो सुच्चे हो जाते हैं। इस करके भाई लालो मन का भरम छड्ड
और प्रशादा इत्थे ही लिया। कहन लगा महाराज सत बचन मैं तो तुहाडा गोला लाला जो हुक्म फरमाओगे सत बचन कह के पालांगा। भाई लालो जी बाजरे का प्रशादा लिया पका के साहब ਲਈ ते पातशाह छक रहे हैं, भाई मरदाना जी छक रहे हैं, बचन बिलास हो रहे ने। वो कथा आप जी अगलियां प्रसंगां विच सरवण करोगे। गरीब नवाज सतगुरां दी पवित्र अमृतमई कथा कथन करदियां होइयां भुल्लां चुक्कां दी खिमा करनी, अरदास करनी सतगुरु जी अगां वास्ते सदबुद्धि प्रदान करन।